ਸਭ ਜਗਤ ਤਰਸਿਆ ਸੋ ਮਰਨਾ ਗੁਰ ਸ਼ਬਦ ਪਰਗਾਸਿਆ। ਜਿਹ ਮਰਨੈ ਸਭ ਜਗਤ ਤਰਸਿਆ ਸੋ ਮਰਨਾ ਗੁਰ ਸ਼ਬਦ ਪਰਗਾਸਿਆ। ਮਰਨੋ ਮਰਨ ਕਹਿ ਸਭ ਕੋਇ ਸਹਜੇ ਮਰੇ ਅਮਰ ਹੋਏ ਸੋਏ। ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ। ਮਰਨ ਹੀ ਤੇ ਪਾਈਐ ਪੂਰਨ ਪਰਮਾਨੰਦ। ਮਰਨ ਹੀ ਤੇ ਪਾਈਐ ਪੂਰਨ ਪਰਮਾਨੰਦ। ਵਾਹਿਗੁਰੂ ਸਾਹਿਬ ਜੀ ਬਸੰਤ ਮਹੱਲਾ ਤੀਜਾ। ਭਗਤ ਕਰੈ ਹਰਿ ਜਨ ਦੇਖ ਹਜੂਰ। ਸੰਤ ਜਨਾ ਕੀ ਪਗ ਪੰਕਜ ਧੂਰ। ਭਗਤ ਕਰੈ ਜਨ ਦੇਖ ਹਜੂਰ। ਸੰਤ ਜਨਾ ਕੀ ਪਗ ਪੰਕਜ ਧੂਰ। ਹਰ ਸੇਤੀ ਸਦ ਰਹਿ ਲਿਵ ਲਾਏ। ਪੂਰਾ ਸਤਿਗੁਰ ਦੀਆ ਬੁਝਾਏ। ਦਾਸਾਂ ਕਾ ਦਾਸ ਵਿਰਲਾ ਕੋਈ ਹੋਏ। ਊਤਮ ਪਦਵੀ ਪਾਵੈ ਸੋਏ। ਰਹਾਉ ਏਕੋ ਸੇਵ ਅਵਰ ਨ ਕੋਏ। ਜਿਤ ਸੇਵਿਐ ਸਦਾ ਸੁਖ ਹੋਏ। ਨ ਉਹ ਮਰੈ ਨ ਆਵੈ ਜਾਏ। ਤਿਸ ਬਿਨ ਅਵਰ ਸੇਵੀ ਕਿਉ ਮਾਏ। ਸੇ ਜਨ ਸਾਚੇ ਜਿਨੀ ਸਾਚ ਪਛਾਣਿਆ। ਆਪ ਮਾਰ ਸਹਜੇ ਨਾਮ ਸਮਾਣਿਆ। ਗੁਰਮੁਖ ਨਾਮ ਪ੍ਰਾਪਤ ਹੋਏ। ਮਨ ਨਿਰਮਲ ਨਿਰਮਲ ਸਚ ਸੋਏ। ਜਿਨ ਗਿਆਨ ਕੀਆ ਤਿਸ ਹਰ ਤੂੰ ਜਾਣ। ਸਾਜ ਸ਼ਬਦ ਪ੍ਰਭ ਏਕ ਸਿੰਜਾਣ।
हर रस चाखै ता सुध होए, नानक नाम रते सच सोए। जिन ज्ञान किया तिस हर तू जान, साज शब्द प्रभ एक सुजान। हर रस जाखै ता शुद्ध होए, नानक नाम रते सच सोए। वाहिगुरु जी का खालसा, वाहिगुरु जी की फतेह। इस पावन पवित्र शब्द दी विचार अते अज जो साहिबे कमाल जी दे छोटे लखते जिक्र साहिबजादा बाबा जोरावर सिंह जी, साहिबजादा बाबा फतेह सिंह जी का शहीदी दिहाड़ा है। तिस इतिहास नूं सिंह साहिब पंथ दे महान विद्वान मानयोग सत्कारयोग भाई जसबीर सिंह जी रोडे वो आप जी नूं सरवण कराउणगे। सत्कारयोग गुरु क्या कोलों पावन अज दा इतिहास शब्द दी विचार टिक के सरवण करो। दिल्ली सिख गुरुद्वारा प्रबंधक कमेटी वालों साहिब जी दे छोटे लखते जिगर जिन्हां दा अज शहीदी दिहाड़ा है। शहीदी दिहाड़े दे संबंध अंदर हर साल की तरह इस साल भी गुरुद्वारा माता सुंदरी साहिब विखे दीवान चल रहे हैं। आप जी ने इन्हां दीवाना अंदर हाजरियां भरन की कृपालता करनी। 31 दिसंबर नूं इस साल की संपूर्णता हो रही है। तिस दे संबंध अंदर दिल्ली सिख गुरुद्वारा प्रबंधक कमेटी वालों दिल्ली दे इतिहासक गुरुद्वारियां विच सोदर दे पाठ तो लैके रात दे 12 बजे तक दीवान सजने ने। आप जी ने दीवाना विच हाजरियां भरन की कृपालता करनी। साहिबे कमाल सरबंसदानी अमृत के दाते शमशेरे बहादुर महाराज जी दे छोटे लखते जिगर जिन्हां दा अज शहीदी दिहाड़ा है। तिस दे संबंध अंदर दिल्ली सिख गुरुद्वारा प्रबंधक कमेटी वालों अज 10 बजे सवेरे हरेक गुरुद्वारे अंदर श्री जपजी साहिब जी दे पाठ होने हैं। आप जी ने इन्हां पाठां अंदर हाजरियां भरन की कृपालता करनी। आप जी जद भी किसी भी गुरुद्वारा साहिब विखे आउंदे हो, खास तौर पर इतिहासक स्थानां ते उन्हां दी देख रेख साफ सफाई का खास ख्याल रखा करो। खाली प्रसाद वाले डूने होर जड़ियां वस्तुआं ने वरतों हो चुकियां उन्हां नूं इधर उधर पार्कां विच गमलियां विच ना सुटिया जाए। डस्टबिन विच पा के गुरुद्वारियां दी सफाई का खास तौर पर ख्याल रखा जाए। आओ अगले समय लिए सिंह साहब होना कोलों गुरमत दियां विचारां सरवण करिए जी। वाहिगुरु जी का खालसा, वाहिगुरु जी की फतेह। वाहिगुरु जी। बाणी गुरु गुरु है बाणी, विच बाणी अमृत सारे। गुरबाणी कहे सेवक जन मानै, परतख गुरु निस्तारे। गगन दमामा बाजियो, परियो निशाने काओ। खेत जो मांडियो सूरमा, अब जूजन को दाओ।
ਸੂਰਾ ਸੋ ਪਹਿਚਾਨੀਐ, ਜੋ ਲਰ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬੂ ਨ ਛਾਡੈ ਖੇਤ। ਕਨ ਹਰ ਬੂੰਦ ਬਸ ਰੁਮਾਵਲ, ਕੁਸੁਮ ਬਸੰਤ ਗਨੰਤ ਨ ਆਵੈ। ਰਾਵ ਸਸ ਕਿਰਨ ਉਦਰ ਸਾਗਰ ਕਉ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੀ, ਕਬ ਜਨ ਭਾਲਿਉਣੈ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਣ ਆਵੈ। ਸਤਿਗੁਰੂ ਗਰੀਬ ਨਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ, ਜੁਗੋ ਜੁਗ ਟਲ ਸਤਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਗਰੀਬ ਨਵਾਜ ਦੇ ਚਰਨ ਛੋਹ ਪ੍ਰਾਪਤ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰੂ ਕੀਆਂ ਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਸ਼ਰਧਾ ਭਾਵਨਾ ਸਹਿਤ ਸੇਵਾ ਸਿਮਰਨ ਵਿੱਚ ਲੱਗੀਆਂ ਹੋਈਆਂ ਹਨ। ਉਪਰੰਤ ਸਤਿਗੁਰੂ ਪਾਤਸ਼ਾਹੀ ਦੇ ਸ੍ਰੀ ਮੁਖ ਵਾਕ, ਨਿਤਨੇਮ, ਆਸਾ ਜੀ ਦੀ ਵਾਰ ਦੇ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਰਾਗੀ ਜੱਥੇ ਨੇ ਮਹਾਨ ਕਿਰਪਾ ਕੀਤੀ ਹੈ। ਸੋ ਬਹੁਤ ਸਾਰੀਆਂ ਗੁਰੂ ਕੀਆਂ ਸੰਗਤਾਂ ਠੰਡ ਦੇ ਬਾਵਜੂਦ ਵੀ ਨਿਯਮ ਅਨੁਸਾਰ ਗੁਰੂ ਕੇ ਦਰ ਤੇ ਪਹੁੰਚਦੀਆਂ ਹਨ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਸੋ ਇਸੇ ਤਰ੍ਹਾਂ ਜੋ ਮਹਾਨ ਗੁਰਮਤਿ ਦੇ ਸਮਾਗਮ ਚੱਲਦੇ ਨੇ, ਜਿੱਥੇ ਗੁਰੂ ਕੇ ਸਿੱਖ ਗੁਰੂ ਦਰਬਾਰ ਵਿੱਚ ਸੱਜ ਕੇ ਆਨੰਦ ਮਾਣਦੇ ਨੇ, ਉੱਥੇ ਦੂਰ ਦਰੇਡਿਆਂ ਤੱਕ ਪਿੰਡਾਂ, ਸ਼ਹਿਰਾਂ, ਦੇਸ਼ ਔਰ ਵਿਦੇਸ਼ਾਂ ਵਿੱਚ ਟਾਈਮ TV ਚੜ੍ਹਦੀ ਕਲਾ ਦੇ ਉਪਰਾਲੇ ਨਾਲ ਸੰਗਤਾਂ ਦੂਰ ਤੱਕ ਵੀ ਇਸ ਮਹਾਨ ਸਮਾਗਮ ਦਾ ਆਨੰਦ ਮਾਣਦੀਆਂ ਨੇ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਰੋਜ਼ ਦੀ ਮਰਜ਼ਾਦਾ ਅਨੁਸਾਰ ਗੁਰੂ ਕੀ ਬਾਣੀ ਦੀ ਕਥਾ ਦਾ ਸਮਾਂ ਆਇਆ ਹੈ। ਸਤਿਗੁਰੂ ਜੀ ਨੇ ਆਪਣੇ ਤੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ ਕਿ ਅਸੀਂ ਗੁਰੂ ਕੀ ਬਾਣੀ ਨਾਲ ਜੁੜ ਸਕੀਏ, ਮਹਾਰਾਜ ਦਾ ਉਪਦੇਸ਼ ਗ੍ਰਹਿਣ ਕਰ ਸਕੀਏ, ਸੰਗਤ ਵਿੱਚ ਜੁੜ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਸ਼ਰਨ ਵਿੱਚ ਆਨੰਦ ਮਾਣ ਸਕੀਏ। ਇਹ ਸੁਭਾਗ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਆਓ ਸਤਿਗੁਰੂ ਜੀ ਨੇ ਜੋ ਬਖਸ਼ਿਸ਼ ਕੀਤੀ ਹੈ, ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਬਸੰਤ ਰਾਗ ਵਿੱਚ ਗੁਰੂ ਸਾਹਿਬ ਮਹਾਰਾਜ ਬਖਸ਼ਾਂ ਕਰ ਰਹੇ ਨੇ। ਮਨ ਬਿਰਤੀਆਂ ਚਿੱਤ ਇਕਾਗਰ ਕਰਨ ਲਈ ਸਰਬੱਤ ਸੰਗਤਾਂ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਕਲਗੀਧਰ ਮਹਾਰਾਜ ਦੀ ਫਤਿਹ ਸਰਬੱਤ ਸੰਗਤਾਂ ਨੇ ਬੋਲਣੀ ਹੈ। ਭਾਈ ਇਸ ਦੇ ਨਾਲ ਮੁੱਖ ਪਵਿੱਤਰ ਹੁੰਦਾ ਹੈ, ਗੁਰੂ ਕੇ ਮੰਤਰ ਦਾ ਜਾਪ ਹੁੰਦਾ ਹੈ। ਕਦੇ ਵੀ ਵੇਸਲਾ ਪਰ ਨਹੀਂ ਧਾਰਨਾ ਚਾਹੀਦਾ। ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਮਹਾਰਾਜ ਆਪ ਜੀ ਦੀ ਮਹਿਮਾ ਆਪ ਜੀ ਨੂੰ ਹੀ ਬਣ ਆਉਂਦੀ ਹੈ। ਕੋਈ ਐਗਜ਼ਾਮਪਲ ਦੇ ਕੇ, ਕੋਈ ਉਦਾਹਰਨ ਦੇ ਕੇ, ਕਿਸੇ ਨਾਲ ਤੁਲਨਾ ਦੇ ਕੇ ਮਹਾਰਾਜ ਆਪ ਜੀ ਦੀ ਤੁਲਨਾ ਨਹੀਂ ਦਿੱਤੀ ਜਾ ਸਕਦੀ। ਕਿਹਦੇ ਵਰਗਾ ਕਹੀਏ ਤੁਹਾਨੂੰ, ਕਿਉਂਕਿ ਮਹਾਰਾਜ ਆਪ ਜੀ ਨੇ ਤਾਂ ਮਹਾਨ ਬਖਸ਼ਾਂ ਕੀਤੀਆਂ, ਮਿਹਰਾਂ ਕੀਤੀਆਂ। ਏਡੀਆਂ ਬਖਸ਼ਾਂ ਹੋਰ ਕੌਣ ਕਰ ਸਕਦਾ ਹੈ। ਇਸ ਵਾਸਤੇ ਭੱਟ ਸਾਹਿਬ ਕਹਿੰਦੇ ਨੇ ਕਿ ਦੁਨੀਆ ਦੇ ਵਿੱਚ ਬੜੀਆਂ ਇਹੋ ਜਿਹੀਆਂ ਕਹਾਵਤਾਂ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਕਨ ਹਰ ਬੂੰਦ ਬਾਸਰੋ ਮਾਵਲ, ਕਹਿੰਦੇ ਜਦੋਂ ਸਾਵਣ ਦੇ ਮਹੀਨੇ 'ਚ ਬੱਦਲ ਗਰਜਦੇ ਨੇ, ਵਰਸ਼ਾ ਪੈਂਦੀ ਹੈ
ਤੇ ਉਹ ਵਰਸ਼ਾ ਦੀਆਂ ਪੈ ਰਹੀਆਂ ਕਣੀਆਂ ਨੂੰ ਕੋਈ ਗਿਣ ਨਹੀਂ ਸਕਦਾ। ਪਰ ਕਹਿੰਦੇ ਹੋ ਸਕਦਾ ਵੀ ਇਹ ਵੀ ਕਿਤੇ ਇਹੋ ਜਿਹੀ ਸਾਇੰਸ ਨਿਕਲ ਆਵੇ ਗਿਣੀਆਂ ਜਾ ਸਕਣ। ਕੁਸਮ ਬਸੰਤ ਗਨੰਤ ਨਾ ਆਵੇ। ਬਸੰਤ ਰੁੱਤ ਦੇ ਵਿੱਚ ਕਿੰਨੇ ਕੁ ਫੁੱਲ ਖਿੜਦੇ ਨੇ, ਜੰਗਲਾਂ ਵੇਲਿਆਂ ਦੂਰਿਆਂ ਵੀ ਲਾਈਆਂ ਹੋਈਆਂ ਬਾਗ ਬਗੀਚੀਆਂ ਵਿੱਚ, ਕੋਈ ਗਿਣ ਸਕਦਾ ਭਾਈ? ਨਹੀਂ ਗਿਣ ਸਕਦਾ। ਇਸ ਵਾਸਤੇ ਮਹਾਰਾਜ ਕਹਿੰਦੇ ਰਾਵਸਸ ਜਿਹੜਾ ਚੰਦਰਮਾ ਹੈ, ਸੂਰਜ ਹੈ, ਇਸ ਦੀਆਂ ਕਿਰਨਾਂ ਨੂੰ ਨਹੀਂ ਗਿਣ ਸਕਦਾ ਕੋਈ, ਇਹਨਾਂ ਦੀ ਕੋਈ ਦੂਰੀ ਨਹੀਂ ਮਾਪ ਸਕਦਾ। ਕਹਿੰਦੇ ਇਸੇ ਤਰ੍ਹਾਂ ਸ਼ਿਵ ਜੀ ਦੀ ਸਮਾਧੀ ਮੰਨੀ ਗਈ ਹੈ, ਉਹਦੀ ਕਿੰਨੀ ਕੁ ਸਮਾਧੀ ਕਠਿਨ ਹੈ ਇਹ ਵੀ ਮੁਸ਼ਕਲ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਕੁਲਾਂ ਦੇ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜੀ ਤੁਹਾਡੀ ਉਪਮਾ ਨਾ ਉਹ ਇਹਨਾਂ ਸਾਰੀਆਂ ਹੀ ਗੱਲਾਂ ਤੋਂ ਵਿਲੱਖਣ ਹੈ। ਹੋ ਸਕਦਾ ਕਿਤੇ ਉਹਨਾਂ ਦੀ ਗਿਣਤੀ ਮਿਣਤੀ ਹੋ ਜਾਵੇ, ਪਰ ਮਹਾਰਾਜ ਆਪ ਜੀ ਦੀ ਪਰਉਪਕਾਰਾਂ ਦੀ ਗਿਣਤੀ ਮਿਣਤੀ ਕੋਈ ਨਹੀਂ ਕਰ ਸਕਦਾ। ਸੋ ਆਓ ਸਤਿਗੁਰੂ ਪਾਤਸ਼ਾਹ ਜੀ ਬਸੰਤ ਰਾਗ ਦੇ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਸਜੇ ਹੋਏ ਨੇ। ਸਿੱਖ ਸੰਗਤਾਂ ਦੂਰਾਂ ਦਰੇਡਿਆਂ ਤੋਂ ਆ ਕੇ ਸਤਿਗੁਰੂ ਦੇ ਚਰਨ ਪਰਸ ਰਹੀਆਂ ਹਨ, ਦਰਸ਼ਨ ਦੀਦਾਰੇ ਕਰ ਰਹੀਆਂ ਹਨ। ਉੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਮਹਾਨ ਕਿਰਪਾ ਕੀਤੀ ਹੈ। ਬਸੰਤ ਰਾਗ ਹੈ। ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਭਗਤ ਕਰਹਿ ਜਨ ਦੇਖ ਹਜੂਰ। ਸਾਨੂੰ ਜਿਹੜੇ ਜਗਿਆਸੂ ਹੈ ਨਾ, ਗੁਰਮੁਖ ਪਿਆਰੇ, ਪ੍ਰਭੂ ਦੀ ਭਗਤੀ ਕਰਨ ਦੇ ਚਾਹਵਾਨ, ਇੱਛਾਵਾਨ, ਉਹਨਾਂ ਨੂੰ ਬੜੀ ਵੱਡੀ ਸਿੱਖਿਆ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਕਹਿੰਦੇ ਭਾਈ ਭਗਤੀ ਕਿਵੇਂ ਕਰਨੀ ਚਾਹੀਦੀ ਹੈ। ਕਈ ਮੂਰਤ ਦਾ ਧਿਆਨ ਧਰਦੇ ਨੇ, ਫੋਟੋ ਦਾ ਧਿਆਨ ਧਰਦੇ ਨੇ, ਆਪੋ ਆਪਣੇ ਢੰਗ ਦੇ ਨਾਲ ਮਨ ਨੂੰ ਟਿਕਾਉਣ ਦਾ ਯਤਨ ਹੈ, ਇਸ ਸਾਧਨ ਨੇ। ਪਰ ਮਹਾਰਾਜ ਕਹਿੰਦੇ ਭਾਈ ਅਸਲ ਵਿੱਚ ਭਗਤ ਕਰੈ ਜਨ ਦੇਖ ਹਜੂਰ। ਜਿਹੜਾ ਪ੍ਰਮਾਤਮਾ ਦਾ ਜਨ ਸੇਵਕ ਹੈ ਨਾ, ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਭਗਤੀ ਕਰੇ। ਵਾਹਿਗੁਰੂ ਦਾ ਸਿਮਰਨ ਕਰਨਾ ਹੈ ਤਾਂ ਇਹ ਸਮਝ ਕੇ ਕਿ ਮੈਂ ਉਸ ਪ੍ਰਮਾਤਮਾ ਨੂੰ ਮੂਲ ਮੰਤਰ ਦਾ ਜਾਪ ਸੁਣਾ ਰਿਹਾ, ਜੋ ਮੈਂ ਚਿੱਤ ਦੇ ਵਿੱਚ ਵੀ ਆਰਾਧਨਾ ਕਰ ਰਿਹਾ ਤੇ ਮੇਰਾ ਜਾਪ ਸੁਣ ਰਹੇ ਨੇ। ਦੋ ਗੱਲਾਂ ਇਸ ਗੱਲ ਤੋਂ ਸਾਨੂੰ ਸਾਵਧਾਨ ਕਰਨਗੀਆਂ। ਇੱਕ ਤੇ ਨਾਮ ਦਾ ਉਚਾਰਨ ਸੁੱਧ ਹੋਏਗਾ ਕਿ ਗੁਰੂ ਸਾਹਿਬ ਆਪ ਪ੍ਰਮਾਤਮਾ ਸੁਣ ਰਹੇ ਨੇ। ਦੂਸਰਾ ਸਾਡਾ ਮਨ ਵਿਕਾਰਾਂ ਤੋਂ ਬਚੇਗਾ ਕਿ ਅਸੀਂ ਇੱਧਰ ਉੱਧਰ ਜਾਣ ਤੋਂ, ਦੌੜਨ ਤੋਂ ਵੀ ਬਚੇਗਾ ਕਿ ਜਦੋਂ ਮਨ ਵਿੱਚ ਇਹ ਸਮਝ ਲਿਆ ਸਦਾ ਹਜੂਰ ਹਾਜ਼ਰ ਹੈ ਨਾਜ਼ਰ, ਕਤੈ ਨਾ ਭਇਆ ਦੁਰਾਈ, ਤੇ ਫਿਰ ਭਗਤੀ ਕਰਨ ਦਾ ਆਨੰਦ ਆਏਗਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਗਤ ਕਰੈ ਜਨ ਦੇਖ ਹਜੂਰ। ਕਹਿੰਦੇ ਜਿਹੜੇ ਭਗਤੀ ਕਰਦੇ ਨੇ ਨਾ ਭਗਤ ਜਨ, ਉਹ ਤਾਂ ਹਮੇਸ਼ਾ ਹੀ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਦੇਖ ਲੈਂਦੇ ਨੇ, ਉਹਦੇ ਰੰਗ ਵਿੱਚ ਹੀ ਰੰਗੇ ਜਾਂਦੇ ਨੇ। ਸਾਜਣੜਾ ਮੇਰਾ ਸਾਜਣੜਾ, ਨਿਕਟ ਖਲੋਏੜਾ ਮੇਰਾ ਸਾਜਣੜਾ, ਇਹ ਸਮਝਦੇ ਨੇ ਕਿ ਉਹ ਤਾਂ ਨੇੜੇ ਤੋਂ ਨੇੜੇ ਖੜਾ, ਸਾਡਾ ਸਾਜਣ, ਸਾਡਾ ਸੱਜਣ, ਪ੍ਰਮਾਤਮਾ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸਾਹੋ, ਉਹ ਤਾਂ ਸਾਡੇ ਹਾਜ਼ਰ ਨਾਜ਼ਰ ਖੜਾ। ਇਸ ਤਰ੍ਹਾਂ ਦੇਖ ਲੈਂਦੇ ਹਨ। ਸੰਤ ਜਨਾਂ ਕੀ ਪਗ ਪੰਕਜ ਧੂਰ। ਕਹਿੰਦੇ ਜੇ ਇਹ ਸੰਤ ਜਨ, ਜੇ ਇਹ ਗੁਰੂ ਦੇ ਪਿਆਰੇ, ਜਿਨ੍ਹਾਂ ਦਾ ਅੱਠੇ ਪਹਿਰ ਪ੍ਰਮਾਤਮਾ ਦੇ ਨਾਮ ਵਿੱਚ ਚਿੱਤ ਜੁੜਿਆ ਹੋਇਆ ਹੈ, ਉਹਨਾਂ ਦੇ ਪਗ ਪੰਕਜ ਧੂਰ, ਕਹਿੰਦੇ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਵੇ, ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਈਏ। ਸਤਿਗੁਰੂ ਜੀ ਹਰ ਸੇਤੀ ਸਦ ਰਹਾ ਲਿਵ ਲਾਏ। ਕਿਉਂਕਿ ਜਿਹੜੇ ਐਸੇ ਭਗਤ ਜਨ ਸੇਵਕ ਸੰਤ ਜਨ ਨੇ, ਉਹ ਤਾਂ ਭਾਈ ਪਰਮਾਤਮਾ ਸੇਤੀ, ਪਰਮਾਤਮਾ ਦੇ ਨਾਲ ਸਦ ਰਹਾ ਹੈ ਲਿਵ ਲਾਏ। ਉਹ ਲਿਵ ਚਿੱਤ ਜੋੜ ਕੇ, ਲਿਵ ਲਾ ਕੇ ਪਰਮਾਤਮਾ ਦੇ ਨਾਮ ਦੇ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ। ਪੂਰਾ ਸਤਿਗੁਰ ਦੀਆ ਬੁਝਾਏ। ਕਿਉਂਕਿ ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਉਸ ਪੂਰੇ ਗੁਰੂ ਨੇ
ਇਹ ਗੱਲ ਉਹਨਾਂ ਭਗਤ ਜਨਾਂ ਨੂੰ, ਸੇਵਕਾਂ ਜਗਿਆਸੂਆਂ ਨੂੰ ਸਮਝਾ ਦਿੱਤੀ। ਪੂਰਾ ਸਤਿਗੁਰ ਦੀਆ ਬੁਝਾਏ। ਇਹ ਜਿਹੜੀ ਬੁਝਾਰਤ ਸੀ ਨਾ, ਜਿਹਦੇ ਸਾਨੂੰ ਸਮਝ ਨਹੀਂ ਸੀ ਆ ਰਹੀ, ਇਹ ਸਤਿਗੁਰੂ ਨੇ ਸਮਝ ਸੋਝੀ ਦੇ ਦਿੱਤੀ ਕਿ ਭਾਈ ਇਸ ਤਰ੍ਹਾਂ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਕੀ ਬਾਣੀ ਨੂੰ ਪੜ੍ਹਨਾ। ਕੌਣ ਹੈ ਗੁਰੂ ਭਾਈ? ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹੈ। ਕਈ ਵਾਰ ਅਸੀਂ ਇਹ ਗੱਲ ਮਨ ਵਿੱਚ ਸਾਡੇ ਖਿਆਲ ਉੱਠਦੇ ਨੇ ਕਿ ਸਾਡਾ ਮਨ ਨਹੀਂ ਲੱਗਦਾ, ਬਾਣੀ ਪੜ੍ਹਨ ਦਾ ਕੀ ਫਾਇਦਾ ਹੈ? ਸਾਡਾ ਮਨ ਜਦੋਂ ਬਾਣੀ ਵਿੱਚ ਲੱਗਦਾ ਹੀ ਨਹੀਂ, ਇਹ ਤੇ ਭਾਈ ਆਪਣੇ ਖਿਆਲ ਨੇ ਨਾ। ਬਾਣੀ ਪੜ੍ਹਨ ਦਾ ਫਾਇਦਾ ਹੈ ਹੀ ਹੈ, ਕਿਉਂਕਿ ਬਾਣੀ ਪੜ੍ਹੀ, ਨਾਮ ਜਪਿਆ, ਇਹ ਤਿਲ ਮਾਤਰ ਸਮਾਂ ਵੀ ਲਾਇਆ, ਵਿਅਰਥਾ ਨਹੀਂ ਜਾਣਾ। ਮਨ ਨਹੀਂ ਲੱਗਦਾ, ਕੋਈ ਗੱਲ ਨਹੀਂ, ਸਾਧ ਸੰਗਤ ਮਨ ਦਾ ਆਪਣਾ ਕੰਮ ਹੈ, ਪਰ ਮਨ ਲਾਉਣ ਵਾਸਤੇ ਤਾਂ ਇਹ ਸਭ ਕੁਝ ਕਰਨਾ ਨਾ ਆਪਾਂ। ਜੇ ਆਪਾਂ ਇਹ ਸੋਚ ਕੇ ਛੱਡ ਦਈਏ ਕਿ ਮਨ ਲੱਗਦਾ ਨਹੀਂ, ਬਾਣੀ ਨਾ ਪੜ੍ਹੀਏ, ਤੇ ਫਿਰ ਭਾਈ ਕੀ ਕਰਨਾ? ਬਾਣੀ ਨਾ ਪੜ੍ਹਨ ਦੇ ਨਾਲ ਫਿਰ ਮਨ ਲੱਗ ਜਾਏਗਾ। ਨੀਤ ਤੇ ਯਤਨ ਹੈ, ਨੀਠ ਨੀਠ ਮਨ ਕੀਆ ਧੀਰਾ। ਮਨ ਕਹਿੰਦੇ ਸਹਿਜੇ ਸਹਿਜੇ, ਇਹ ਸਹਿਜ ਅਵਸਥਾ ਵਿੱਚ ਮਨ ਆਏਗਾ। ਇਸ ਵਾਸਤੇ ਤੇ ਫਿਰ ਮਹਾਂਪੁਰਖ ਜਿਹੜੇ ਆਪ ਨਾਮ ਰਸੀਏ ਨਾ, ਉਹ ਇਹਨਾਂ ਗੱਲਾਂ ਨੂੰ ਸਮਝਾਉਂਦੇ ਨੇ ਕਿ ਭਾਈ ਮਨ ਲਾਉਣ ਦਾ ਇੱਕ ਤਰੀਕਾ ਹੈ। ਜਿਵੇਂ ਭਗਤ ਕਰਾ ਜਨ ਦੇਖ ਹਜੂਰ ਮਹਾਰਾਜ ਨੇ ਕਿਹਾ ਨਾ, ਕਹਿੰਦੇ ਜਿਹੜੀ ਬਾਣੀ ਪੜ੍ਹੋ, ਕਿਉਂਕਿ ਇਹੀ ਬਾਣੀ ਗੁਰੂ ਹੈ। ਜੇ ਇਹ ਬਾਣੀ ਪੜ੍ਹਦੇ ਹੀ ਸਾਡਾ ਮਨ ਨਹੀਂ ਲੱਗਦਾ, ਫਿਰ ਮਹਾਰਾਜ ਦਾ ਅਸੀਂ ਦਰਸਾਇਆ ਹੋਇਆ ਰਸਤਾ, ਦਰਸਾਇਆ ਹੋਇਆ ਢੰਗ ਤਰੀਕਾ ਅਪਣਾਇਆ ਨਹੀਂ। ਤੇ ਜੇ ਅਪਣਾਵਾਂਗੇ ਫਿਰ ਕਹਿੰਦੇ ਭਾਈ ਜਿਹੜੀ ਬਾਣੀ ਜਪਜੀ ਸਾਹਿਬ ਪੜ੍ਹਦੇ ਆ ਨਾ, ਇਸ ਬਾਣੀ ਨੂੰ ਸੁਣੋ। ਸੁਣੇਗਾ ਕੌਣ? ਸੁਣੇਗਾ ਵੀ ਆਪ ਹੀ ਤੇ ਪੜ੍ਹੇਗਾ ਵੀ ਆਪ ਹੀ। ਫਿਰ ਮਨ ਕਿਉਂ ਨਹੀਂ ਲੱਗੇਗਾ ਭਾਈ? ਹਾਂ, ਜੇ ਕੇਵਲ ਪੜ੍ਹਦੇ ਆ ਸੁਣਦੇ ਨਹੀਂ, ਤੇ ਫਿਰ ਇਹਦੇ ਵਿੱਚ ਥੋੜਾ ਜਿਹਾ ਫਰਕ ਪੈ ਜਾਂਦਾ ਕਿ ਸੁਣਨ ਵਾਲਾ ਕਿਤੇ ਹੋਰ ਫਿਰਦਾ ਹੁੰਦਾ, ਫਿਰ ਬਾਣੀ ਪੜ੍ਹਨ ਵਾਲਾ ਪੜ੍ਹੀ ਜਾਂਦਾ ਹੈ। ਦੋਵਾਂ ਦਾ ਸੁਮੇਲ ਚਾਹੀਦਾ। ਜਦੋਂ ਸੁਮੇਲ ਮਿਲ ਗਿਆ, ਪੜ੍ਹਿਆ ਹੋਇਆ ਸ਼ਬਦ, ਤੇ ਜਦੋਂ ਤੁਸੀਂ ਇੱਕ ਅੱਖਰ ਵੀ ਔਂਕੜ ਦਲੈਂਕੜੇ ਵੀ ਗਲਤ ਪੜ੍ਹੋਗੇ ਨਾ, ਗਲਤੀ ਕਰੋਗੇ, ਤੇ ਸੁਣਨ ਵਾਲਾ ਫਿਰ ਉੱਥੇ ਰੋਕੇਗਾ ਵੀ ਨਹੀਂ, ਇਹ ਐ ਨਹੀਂ, ਤੂੰ ਇਹਨੂੰ ਐਂ ਪੜ੍ਹ, ਕਿਉਂਕਿ ਫਿਰ ਸੁਮੇਲ ਹੋ ਗਿਆ। ਤੇ ਮਨ ਜਾਏਗਾ ਕਿੱਥੇ? ਮਨ ਨੂੰ ਸਮਾਂ ਹੀ ਨਹੀਂ ਮਿਲੇਗਾ ਕਿਤੇ ਜਾਣ ਦਾ। ਇਸ ਵਾਸਤੇ ਭਾਈ ਇਹ ਪੈਖੜ ਇਸ ਮਨ ਦੇ ਪੈਰਾਂ ਨੂੰ ਪਾਉਣਾ ਹੈ, ਸ਼ਰਧਾ ਦਾ, ਭਾਵਨਾ ਦਾ, ਸੁਰਤ ਦਾ। ਇਹ ਪੈਖੜ ਪਾ ਕੇ ਰੱਖਣਾ ਇਹਨੂੰ ਕਿ ਜਿਹੜਾ ਸ਼ਬਦ ਪੜ੍ਹਨਾ ਉਹ ਸੁਣਨਾ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਇਹ ਜੁਗਤੀ ਪੂਰਾ ਸਤਿਗੁਰ ਦੀਆ ਬੁਝਾਏ। ਪੂਰੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜੁਗਤੀ ਸਮਝਾ ਰਹੇ ਹਨ। ਦਾਸਾਂ ਕਾ ਦਾਸ ਵਿਰਲਾ ਕੋਈ ਹੋਏ। ਬੜਾ ਔਖਾ ਕੰਮ ਹੈ। ਜਿਹੜੇ ਪ੍ਰਭੂ ਦੇ ਦਾਸ ਨੇ, ਅਕਾਲ ਪੁਰਖ ਦੇ ਪਿਆਰੇ ਨੇ, ਸੰਤ ਭਗਤ ਨੇ, ਗਾ ਉਹਨਾਂ ਦਾ ਦਾਸ ਬਣਨਾ ਔਖਾ ਕੰਮ ਹੈ। ਮਹਾਂਪੁਰਖਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ। ਸੁਖ ਸਾਰ ਤੇ ਹੈ ਪਰ ਕਰੜੀ ਬਹੁਤ ਹੈ। ਮਹਾਂਪੁਰਖਾਂ ਦਾ ਜੀਵਨ ਕਿਸੇ ਦਾ ਵੀ ਪੜ੍ਹ ਕੇ ਵੇਖ ਲਓ, ਜਿਹੜੇ ਕਰਨੀ ਵਾਲੇ, ਕਮਾਈ ਵਾਲੇ, ਭਗਤੀ ਵਾਲੇ, ਪ੍ਰਮਾਤਮਾ ਨਾਲ ਜੁੜੇ ਹੋਏ, ਉਹਨਾਂ ਦੀ ਸੇਵਾ ਕਿੰਨੀ ਕਠਿਨ, ਉਹਨਾਂ ਨੇ ਆਪ ਕਿੰਨੀ ਕਠਿਨ ਸੇਵਾ ਨਿਭਾਈ, ਸਹਿਜੇ ਪਤਾ ਲੱਗ ਜਾਏਗਾ। ਇਸ ਕਰਕੇ ਭਾਈ ਮਹਾਰਾਜ ਫਰਮਾਉਂਦੇ ਨੇ ਕਿ ਜਿਹੜਾ ਦਾਸਾਂ ਦਾ ਦਾਸ ਹੋਣਾ ਨਾ, ਪ੍ਰਭੂ ਦੇ ਪਿਆਰਿਆਂ ਦਾ ਅੱਗੇ ਦਾਸ ਹੋਣਾ ਹੈ, ਸੰਤਾਂ ਮਹਾਂਪੁਰਖਾਂ ਦੀ ਬਚਨ ਮੰਨਣੇ ਨੇ। ਮਹਾਰਾਜ ਨੇ ਸਾਨੂੰ ਐਨ ਤੱਤ ਵਿਚਾਰ ਦਿੱਤਾ ਹੈ। ਇਸ ਕਰਕੇ ਕਿਹਾ ਕਿ ਭਾਈ ਜੇ ਕੋਈ ਬਚਨ ਕਮਾਵੇ ਸੰਤਨ ਕਾ, ਜੇ ਸੰਤਾਂ ਦਾ ਕੋਈ ਬਚਨ ਕਮਾ ਲਵੇ ਤੇ ਉਹ ਤੇ ਫਿਰ ਉਹ ਕਦੇ ਵੀ ਗਰਭ ਵਿੱਚ ਨਹੀਂ ਪੈਂਦਾ, ਉਹਨੂੰ ਸੁੱਖ ਹੀ ਸੁੱਖ ਨੇ। ਕਿਉਂਕਿ ਮਹਾਰਾਜ ਫਰਮਾਉਂਦੇ ਨੇ ਚਰਨ ਭਏ ਸੰਤ ਬੋਹਿ ਥਾ ਤਰੇ ਸਾਗਰ ਜੇਤ, ਮਾਰਗ ਪਾਇਓ ਧਿਆਨ ਮੈਂ ਗੁਰ ਦੱਸੇ ਭੇਤ। ਉਹ ਸੰਤ ਹੀ ਨੇ ਜਿਹੜੇ ਇਸ ਭੇਤ ਨੂੰ, ਇਸ ਪਰਦੇ ਨੂੰ ਖੋਲ ਦਿੰਦੇ ਨੇ। ਕਿਵੇਂ ਖੋਲਦੇ ਨੇ ਫਿਰ ਭਾਈ? ਕਹਿੰਦੇ ਹਰ 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 ਜਪੈ। ਕਿਉਂਕਿ ਕਿਉਂ ਕਿਹਾ ਕਿ ਜਿਹੜੇ ਸੰਤਾਂ ਦੇ ਚਰਨ ਨੇ, ਇਹ ਤੇ ਭਾਈ ਜਹਾਜ਼ ਹੈ, ਜਹਾਜ਼।
ਚਰਨ ਭਏ ਸੰਤ ਬੋਹਿ ਥਾ। ਪੰਚਮ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਤਰੇ ਸਾਗਰ ਜੇਤ ਮਾਰਗ ਪਾਇ ਉਦਿਆਨ ਮੈਂ ਗੁਰ ਦੱਸੇ ਭੇਤ। ਹਰ 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 ਹਰੇ ਹਰ 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 ਹੇਤ। ਊਠਤ ਬੈਠਤ ਸੋਵਤੇ ਹਰ 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 ਚੇਤ। ਇਹ ਸੰਤ ਦੱਸਦੇ ਨੇ ਕਿ ਕਹਿੰਦੇ ਭਾਈ ਆਹ ਮਾਰਗ ਹੈ, ਮਾਰਗ ਪਾਇ ਉਦਿਆਨ ਮੈਂ ਗੁਰ ਦੱਸੇ ਭੇਤ। ਇਹ ਉਦਿਆਨ ਦੇ ਵਿੱਚ, ਬੀਆਬਾਨ ਦੇ ਵਿੱਚ, ਵਿਸ਼ਿਆਂ ਵਿਕਾਰਾਂ ਵਿੱਚ, ਅੰਧਕਾਰ ਦੇ ਵਿੱਚ ਸਾਨੂੰ ਰਸਤਾ ਦਿਖਾਉਣ ਵਾਲੇ ਸੰਤ ਮਹਾਂਪੁਰਖ ਨੇ। ਤੇ ਇਸ ਵਾਸਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਗਾ ਉਹਨਾਂ ਦੇ ਦਾਸ ਬਣਨਾ ਇਹ ਵੀ ਇੱਕ ਵੱਡੀ ਪ੍ਰਾਪਤੀ ਹੈ, ਕਠਿਨ ਕੰਮ ਹੈ। ਇਹਦੀ ਘਾਲਣਾ ਵਿੱਚ ਵੀ ਪੈਣਾ ਚਾਹੀਦਾ ਹੈ। ਹਜ਼ੂਰ ਫਰਮਾਉਂਦੇ ਨੇ ਉਹ ਤੋਂ ਪਦਮੀ ਪਾਵੈ ਸੋਏ। ਪਰ ਕਹਿੰਦੇ ਦਾਸਾਂ ਕਾ ਦਾਸ ਵਿਰਲਾ ਕੋਈ ਹੋਏ। ਤੇ ਫਿਰ ਪ੍ਰਾਪਤੀ ਕੀ ਹੈ? ਉਤਮ ਪਦਵੀ ਪਾਵੈ ਸੋਏ। ਉਹ ਫਿਰ ਉਤਮ ਪਦਵੀ ਸਹਿਜ ਅਵਸਥਾ ਦੀ ਪਦਵੀ, ਬ੍ਰਹਮ ਗਿਆਨ ਦੀ ਪਦਵੀ, ਇਹਨਾਂ ਪਦਵੀਆਂ ਨੂੰ ਪਾ ਲੈਂਦੇ ਨੇ ਭਾਈ ਜਿਹੜੇ ਉਹਨਾਂ ਦੀ ਸੇਵਾ ਕਰਦੇ ਨੇ। ਵਿਸਰਾਓ ਰਹਾਓ ਵਿਸਰਾਮ ਦੇ ਕੇ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਏਕੋ ਸੇਵਹੁ ਅਵਰ ਨਾ ਕੋਏ। ਕਹਿੰਦੇ ਭਾਈ ਕੋਈ ਇੱਕ ਪ੍ਰਮਾਤਮਾ ਹੈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਿਹਨੂੰ ਸੇਵਾਂਗੇ? ਇਸ ਵਾਸਤੇ ਕਹਿੰਦੇ ਭਾਈ ਉਸ ਪਰਮਾਤਮਾ ਦੀ ਸੇਵਾ ਕਰੋ, ਉਹਦਾ ਸਿਮਰਨ ਕਰੋ, ਉਹਦੇ ਤੇ ਭਰੋਸਾ ਰੱਖੋ, ਭਾਵਨਾ ਰੱਖੋ। ਏਕੋ ਸਭੋ ਸੇਵੋ ਅਵਰ ਨਾ ਕੋਏ। ਜਿਤ ਸੇਵਿਆ ਸਦਾ ਸੁਖ ਹੋਏ। ਜਿਹਦੇ ਸਿਮਰਨ ਦੇ ਨਾਲ, ਜਿਹਦੀ ਸੇਵਾ ਦੇ ਨਾਲ ਸਦੀਵੀ ਸੁਖ, ਜਿਹੜਾ ਕਦੇ ਨਾ ਮਿਟਣ ਵਾਲਾ ਸੁਖ, ਉਹ ਸੁਖ ਆਤਮਿਕ ਆਨੰਦ ਸੁਖ ਪ੍ਰਾਪਤ ਹੋ ਜਾਵੇਗਾ। ਨਾ ਉਹ ਮਰਨ ਆਵੇ ਜਾਏ। ਕਹਿੰਦੇ ਭਾਈ ਦੇਖੋ ਪ੍ਰਮਾਤਮਾ ਜੰਮਣ ਮਰਨ ਵਾਲਾ ਨਹੀਂ। ਨਾ ਉਹ ਆਵੇ ਨਾ ਉਹ ਜੰਮ ਕੇ ਆਉਂਦਾ ਹੈ, ਨਾ ਆਵੇ ਜਾਏ। ਕਹਿੰਦੇ ਨਾ ਆਵੇ ਨਾ ਜਾਏ, ਨਾ ਜਾਏ ਪੈਦਾ ਹੁੰਦਾ ਹੈ। ਤੇ ਫਿਰ ਇਹਦੇ ਨਾਲ ਸਾਡਾ ਕੀ ਵਾਸਤਾ ਭਾਈ? ਕਹਿੰਦੇ ਜਿਹੜਾ ਇਸ ਨੂੰ ਜਪਦਾ ਹੈ ਨਾ, ਉਹ ਵੀ ਜੰਮਣ ਮਰਨ ਦੇ ਚੱਕਰ ਚੋਂ ਖਤਮ ਹੋ ਜਾਂਦਾ। 84 ਲੱਖ ਜੂਨਾਂ ਚੋਂ ਉਹਦੀ ਖਲਾਸੀ ਹੋ ਜਾਂਦੀ ਹੈ। ਇਸ ਕਰਕੇ ਉਹ ਵੀ ਆਵਾਗਾਉਣ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਸਿਮਰਦਾ ਹੈ। ਤਿਸ ਬਿਨ ਅਵਰ ਸੇਵੀ ਕਿਉ ਮਾਏ। ਹੇ ਸੰਤ ਜਨੋ, ਭਗਤ ਜਨੋ, ਕਿੱਡੇ ਪਿਆਰੇ ਲਫ਼ਾਜ਼ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਵਰਤਦੇ ਨੇ। ਕਹਿੰਦੇ ਤਿਸ ਬਿਨ ਅਵਰ ਸੇਵੀ ਕਿਉ ਮਾਏ। ਹੇ ਮਾਏ, ਹੇ ਸੰਤ ਜਨੋ, ਹੇ ਜਗਿਆਸੂਓ, ਹੇ ਭਾਈ, ਉਹਦੇ ਤੋਂ ਬਿਨਾਂ ਦੱਸੋ ਹੋਰ ਕਿਸੇ ਦੀ ਸੇਵਾ ਕਿਉਂ ਕਰਾਂਗੇ? ਉਹਦੇ ਤੋਂ ਬਿਨਾਂ ਕਿਸੇ ਦਾ ਸਿਮਰਨ ਕਿਉਂ ਕਰਾਂਗੇ? ਭਾਈ ਗੁਰਦਾਸ ਜੀ ਇਹ ਗੱਲ ਕਹਿੰਦੇ ਨੇ। ਇੱਥੇ ਸਾਨੂੰ ਭੁਲੇਖਾ ਪੈ ਜਾਂਦਾ ਨਾ ਕਿ ਕੁਝ ਕੁ ਸ਼ਕਤੀਆਂ ਦੇਵੀ ਦੇਵਤਿਆਂ ਵਿੱਚ ਨੇ, ਕੁਝ ਥਾਵਾਂ ਤੇ ਅਸੀਂ ਜੰਤਰਾਂ ਮੰਤਰਾਂ ਮਗਰ ਦੌੜਦੇ ਨੇ, ਕੋਈ ਮੋਟਾ ਮਸਾਰਾਂ ਤੇ ਜਾਂਦੇ ਨੇ। ਭਾਈ ਗੁਰਦਾਸ ਜੀ ਫਰਮਾਉਂਦੇ ਨੇ ਕਿ ਭਾਈ ਤੁਸੀਂ ਖਿਆਲ ਕਰਿਓ, ਤੁਹਾਡਾ ਕੰਮ ਇੰਨਾ ਕੀ ਆ? ਜੇ ਤੇ ਕੰਮ ਇੰਨਾ ਕੀ ਹੈ ਕਿ ਜੰਤਰ ਮੰਤਰ ਤਾਗੇ ਤਵੀਤਿਆਂ ਦੇ ਮਗਰ ਜਾ ਕੇ ਤੁਹਾਡਾ ਕੰਮ ਸਰਦਾ ਹੋਵੇ। ਕਹਿੰਦੇ ਆਵਾਗਾਉਣ ਦੇ ਚੱਕਰ ਚੋਂ ਮਿਟਣ ਵਾਸਤੇ ਇਹ ਸ਼ਕਤੀਆਂ ਸਮਰੱਥ ਨਹੀਂ। ਜੇ ਬਿਲਕੁਲ ਇਹਨਾਂ ਸ਼ਕਤੀਆਂ ਨੂੰ ਜ਼ੀਰੋ ਵੀ ਨਾ ਮੰਨੋ, ਮੰਨ ਵੀ ਲਓ ਵੀ ਇਹਨਾਂ ਸ਼ਕਤੀਆਂ 'ਚ ਕੋਈ ਸ਼ਕਤੀ ਹੈਗੀ ਆ, ਪਰ ਇੰਨੀ ਹੈਗੀ ਹੈ ਕਿ ਤੁਹਾਡਾ ਕਾਰਜ ਪੂਰਾ ਕਰ ਦੇਵੇ, ਨਹੀਂ ਹੈਗੀ। ਭਾਈ ਗੁਰਦਾਸ ਜੀ ਨੇ ਬੜੀਆਂ ਉਦਾਹਰਨਾਂ ਦਿੱਤੀਆਂ। ਉਹ ਕਹਿੰਦੇ ਨੇ ਕਿ ਭਾਈ ਜੈਸੇ ਕਾਮ ਅਤ ਤੀਖਣ ਤਪਤ ਅਤ ਬਿਖਮ। ਕਾਮ ਨਾਮ ਹੈ ਧੁੱਪ ਦਾ, ਜੋ ਸਿਆ ਲੱਗਦਾ ਹੈ, ਚਮਾਸੇ ਲੱਗਦੇ ਨੇ। ਕਹਿੰਦੇ ਅਤ ਤੀਖਣ, ਹਾੜ ਦੀ ਗਰਮੀ ਦੀ ਧੁੱਪ ਹੋਵੇ, ਜੇਠ ਦੇ ਗਰਮੀ ਦੀ ਧੁੱਪ ਹੋਵੇ, ਚਮਾਸੇ ਲੱਗੇ ਹੋਣ, ਬਾਹਰ ਰੇਤ ਤੇ ਪੈਰ ਨਾ ਰੱਖਿਆ ਜਾਂਦਾ ਹੋਵੇ,
ਤੇ ਕੋਈ ਲੋਹੇ ਦਾ ਚਾਦਰ ਤਵਾ ਬਾਹਰ ਪਿਆ ਹੋਵੇ ਤੇ ਪੈਰ ਰੱਖੋ, ਪੈਰ ਸੜਦਾ ਹੋਵੇ, ਅਤ ਬਿਖਮ ਕਹਿੰਦੇ ਬਹੁਤ ਸਖਤ ਹੋਵੇ, ਪਰ ਕਹਿੰਦੇ ਬਸੰਤਰ ਬਿਹੋਣ ਸਿੱਧ ਕਰਤਨਾ ਗਰਾਸ ਕੋ। ਇੰਨੀ ਗਰਮੀ ਵਿੱਚ ਤਪਦੇ ਹੋਏ ਲੋਹੇ ਤੇ ਕਹਿੰਦੇ ਜੇ ਰੋਟੀ ਵੇਲ ਕੇ ਰੋਟੀ ਉਸ ਤਵੇ ਤੇ ਪਾ ਦੋ ਨਾ, ਜਿਹੜਾ ਧੁੱਪੇ ਪਿਆ ਸੜ ਰਿਹਾ, ਉਹ ਰੋਟੀ ਨਹੀਂ ਪਕਾਏਗਾ। ਉੱਤੇ ਚੌਲ ਪਾ ਦੋ, ਪਾਣੀ ਉਬਲਣ ਮੈਂ ਰੱਖ ਦਿਓ, ਪਾਣੀ ਨਹੀਂ ਉਬਲੇਗਾ। ਬਸੰਤਰ ਬਿਹੋਣ ਸਿੱਧ ਕਰਤਨਾ ਗਰਾਸ ਕੋ। ਕਹਿੰਦੇ ਇਸ ਅਗਨੀ ਤੋਂ ਬਿਨਾ ਖਾਣ ਵਾਲੀਆਂ ਚੀਜ਼ਾਂ ਨੂੰ ਇਹ ਪਕਾ ਨਹੀਂ ਸਕਦਾ। ਜੈਸੇ ਨਸ ਉਸ ਕੈ ਸਜਲ ਹੋਤ ਮੇਰ ਤੈਨ। ਕਹਿੰਦੇ ਜੇ ਸਿਆਲਾਂ ਦੇ ਵਿੱਚ, ਸਿਆਲਾਂ ਦੀ ਰੁੱਤ ਨੂੰ ਬੜੀ ਤਰੇਲ ਪੈਂਦੀ ਆ, ਸਜਲ ਹੋਤ ਭਿੱਜ ਜਾਂਦੇ ਨੇ, ਮੇਰ ਤ੍ਰੈਣ ਵੱਡੇ ਵੱਡੇ ਪਹਾੜ ਵੀ ਤੇ ਕੱਖ ਕਾਨੇ ਵੀ, ਘਾਹ ਫੂਸ ਵੀ ਤਰੇਲ ਨਾਲ ਭਿੱਜ ਜਾਂਦਾ ਹੈ। ਉਹ ਤੇ ਚੱਲੋ ਤੇ ਜੋੜੇ ਜਿਹੜੇ ਆ, ਜੁੱਤੀਆਂ ਪੈਰਾਂ 'ਚ ਪਾਈਆਂ ਪਾਣੀ ਨਾਲ ਭਰ ਜਾਂਦੀਆਂ ਨੇ, ਕੱਪੜੇ ਭਿੱਜ ਜਾਂਦੇ ਨੇ। ਪਰ ਭਾਈ ਸਾਹਿਬ ਫਰਮਾਉਂਦੇ ਨੇ, ਬਿਨ ਜਲ ਪਾਨ ਨਾ ਤਰਾਸਤ ਨਾ ਨਵਾਰਤ ਪਿਆਸ ਕੋ। ਕਹਿੰਦੇ ਬਿਨਾ ਜਲ ਪਾਣੀ ਪੀਤੇ ਤੋਂ ਬਿਨਾ ਉਹ ਜਿੰਨੀ ਮਰਜ਼ੀ ਤਰੇਲ ਦਿਸ ਰਹੀ ਹੈ ਸਾਨੂੰ, ਉਹ ਸਾਡੀ ਪਿਆਸ ਨਹੀਂ ਨਿਵਾਰ ਸਕਦੀ, ਪਿਆਸੇ ਦੀ ਪਿਆਸ ਨਹੀਂ ਬੁਝਾ ਸਕਦੀ। ਕਹਿੰਦੇ ਇਸ ਤਰ੍ਹਾਂ ਦੀਆਂ ਸ਼ਕਤੀਆਂ ਨੇ ਇਹ, ਸਾਡੀ ਮਨਸ਼ਾ ਪੂਰੀ ਨਹੀਂ ਕਰਦੀ। ਦਿਸਦੇ ਆ ਚੋਲਾ ਭਿੱਜ ਜਾਏਗਾ, ਪਜਾਮਾ ਭਿੱਜ ਜਾਏਗਾ, ਪੈਂਟ ਭਿੱਜ ਜਾਏਗੀ ਉਸ ਤਰੇਲ ਦੇ ਨਾਲ, ਪਰ ਤੁਹਾਡੀ ਪਿਆਸ ਨਹੀਂ ਬੁਝਾਏਗੀ। ਜੈਸੇ ਹੀ ਗਰੀਖ ਮੂਰਤ ਪ੍ਰਗਟਾ ਪ੍ਰਸੇਦ ਰੰਗ। ਕਹਿੰਦੇ ਇਸੇ ਤਰ੍ਹਾਂ ਕਹਿੰਦੇ ਗਰਮੀ ਦੇ ਰੁੱਤ ਦੇ ਵਿੱਚ ਕਹਿੰਦੇ ਚਮਾਸਾ ਲੱਗਾ ਹੋਵੇ ਤੇ ਸਾਰਾ ਸਰੀਰ ਮੁੜਕੇ ਨਾਲ ਭਿੱਜ ਜਾਂਦਾ। ਮਿੱਟ ਨਾ ਫੂਕੇ ਬਿਨ ਪਵਨ ਪ੍ਰਕਾਸ਼ ਕੋ। ਕਹਿੰਦੇ ਉਹਨੂੰ ਕੋਈ ਫੂਕ ਮਾਰ ਕੇ ਕਵੇ ਮੈਂ ਸਾਰਾ ਮੁੜਕਾ ਹੀ ਤੇਰਾ ਸੁਕਾ ਦਿਆਂਗਾ, ਨਹੀਂ ਸੰਭਵ ਨਾ। ਤੇ ਕਹਿੰਦੇ ਜਦੋਂ ਪੱਖਾ ਲਾ ਦਈਏ ਬਿਨ ਪਵਨ ਪ੍ਰਕਾਸ਼ ਕੋ, ਕਹਿੰਦੇ ਪੱਖਾ ਲਾ ਦਈਏ ਜਾਂ ਤੇਜ਼ ਹਵਾ ਚੱਲ ਪਵੇ, ਭਾਵ ਹਵਾ ਦਾ ਪ੍ਰਕਾਸ਼ ਤੇਜ਼ ਹੋ ਜਾਵੇ ਤੇ ਫਿਰ ਮੁੜਕਾ ਸੁੱਕਦਾ ਹੈ। ਤੇ ਇਸੇ ਤਰ੍ਹਾਂ ਹੀ ਕਹਿੰਦੇ ਐਸੇ ਆਵਾ ਗੌਨ ਨਾ ਮਿੜਤ ਆਨ ਦੇਵ ਸੇਵ। ਕਹਿੰਦੇ ਇਹ ਗੁਰਸਿੱਖੋ ਇੱਕ ਗੱਲ ਨੂੰ ਯਾਦ ਰੱਖਿਓ ਕਿ ਜਿਹੜਾ ਆਵਾ ਗੌਨ ਦਾ ਚੱਕਰ ਹੈ ਨਾ, ਇਹ ਹੋਰ ਦੇਵੀ ਦੇਵਤਿਆਂ ਦੀ ਸ਼ਰਨ ਵਿੱਚ ਜਾ ਕੇ ਮਿਟੇਗਾ ਨਹੀਂ। ਤੈਸੇ ਆਵਾ ਗੌਨ ਨਾ ਮਿੜਤ ਆਨ ਦੇਵ ਸੇਵ। ਤੇ ਫਿਰ ਕੀ ਕਰਨਾ ਚਾਹੀਦਾ ਭਾਈ? ਗੁਰਸਿੱਖ ਪਾਵੈ ਆਤਮ ਪ੍ਰਕਾਸ਼। ਜਿਹੜੇ ਗੁਰਸਿੱਖ ਨੇ ਨਾ ਤੇ ਉਹ ਭਾਈ ਫਿਰ ਸਹਿਜ ਅਵਸਥਾ ਨੂੰ ਪਾਉਂਦੇ ਨੇ, ਸਹਿਜ ਅਵਸਥਾ ਵਿੱਚ ਰਹਿੰਦੇ ਨੇ, ਪ੍ਰਮਾਤਮਾ ਨਾਲ ਲਿਵ ਜੋੜ ਕੇ ਰਹਿੰਦੇ ਨੇ। ਤੈਸੇ ਆਵਾ ਗੌਨ ਨਾ ਮਿੜਤ ਆਨ ਦੇਵ ਸੇਵ। ਗੁਰਮੁਖ ਪਾਵੈ ਨਿਜ ਪਦ ਕੇ ਨਿਵਾਸ ਕੋ। ਗੁਰਮੁਖ ਪਾਉਂਦੇ ਨੇ ਨਿਜ ਪਦ ਦੀ, ਉਹਦੇ ਵਿੱਚ ਨਿਵਾਸ ਕਰ ਲੈਂਦੇ ਨੇ। ਇੱਥੇ ਸਤਿਗੁਰੂ ਜੀ ਫਰਮਾਉਂਦੇ ਨੇ ਤਿਸ ਬਿਨ ਅਵਰ ਸੇਵੀ ਕਿਉ ਮਾਏ। ਇਸ ਵਾਸਤੇ ਉਹਦੀ ਸਤੁਪ ਕੇ ਬਿਨਾਂ ਹੋਰ ਕਿਹਨੂੰ ਸੇਵਨਾ ਭਾਈ? ਐਵੇਂ ਨਾ ਕੱਚਿਆਂ ਪਿੱਲਿਆਂ ਦੇ ਤੁਰੇ ਫਿਰੀਏ, ਇਹਨਾਂ ਤੋਂ ਸਾਨੂੰ ਆਸਰਾ ਕੋਈ ਨਹੀਂ। ਇਹ ਸਾਡਾ ਕਾਰਜ ਸਿੱਧ ਨਹੀਂ ਕਰਦੇ, ਆਵਾਗਾਉਣ ਦੇ ਚੱਕਰ ਚੋਂ ਸਾਨੂੰ ਬਚਾ ਨਹੀਂ ਸਕਦੇ। ਸੇ ਜਨ ਸਾਚੇ ਜਿਨੀ ਸਾਚ ਪਛਾਣਿਆ। ਉਹ ਕਹਿੰਦੇ ਜਨ ਸੇਵਕ ਸੱਚੇ ਨੇ, ਜਿਨ੍ਹਾਂ ਨੇ ਸਾਚੇ ਪ੍ਰਮਾਤਮਾ ਦੀ ਵਾਹਿਗੁਰੂ ਦੀ ਪਛਾਣ ਕਰ ਲਈ, ਉਹਦੇ ਨਾਲ ਜੁੜ ਗਏ। ਆਪ ਮਾਰ ਸਹਿਜੇ ਨਾਮ ਸਮਾਣਿਆ। ਉਹਨਾਂ ਨੇ ਆਪਾ ਭਾਵ ਹਉ ਮੈਂ ਵਿੱਚੋਂ ਖੋਵੈ, ਦੂਜਾ ਮਿਟਾ ਇੱਕੋ ਹੋਵੈ, ਆਪਾ ਭਾਵ ਵਿੱਚੋਂ ਖਤਮ ਕਰ ਦਿੱਤਾ। ਤੇ ਕਹਿ ਦਿੱਤਾ ਕਬੀਰ ਮੇਰਾ ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਨਾ ਰਹੂ। ਜਬ ਆਪਾ ਪਰਕਾ ਮਿਟ ਗਿਆ ਤਾਂ ਜਦ ਦੇਖਾ ਤਤ ਤੂੰ। ਇਹ ਮਨ ਵਿੱਚ ਧਾਰ ਲਿਆ। ਸੋ ਇਸ ਕਰਕੇ ਉਹਨਾਂ ਨੇ ਆਪਾ ਭਾਵ ਮਾਰ ਲਿਆ। ਗੁਰਮੁਖ ਨਾਮ ਪ੍ਰਾਪਤ ਹੋਏ, ਜਿਨ੍ਹਾਂ ਨੇ ਗੁਰਮੁਖਤਾਈ ਧਾਰਨ ਕੀਤੀ, ਪ੍ਰਭੂ ਦੀ ਸ਼ਰਧਾ ਰੱਖੀ, ਭਰੋਸਾ ਰੱਖਿਆ, ਉਹਨਾਂ ਨੂੰ ਭਾਈ ਵਾਹਿਗੁਰੂ ਨਾਮ ਦੀ ਪ੍ਰਾਪਤੀ ਹੋ ਗਈ। ਮਨ ਨਿਰਮਲ ਨਿਰਮਲ ਸੱਚ ਸੋਏ।
ਮਨ ਵੀ ਉਹਨਾਂ ਦਾ ਪ੍ਰਮਾਤਮਾ ਦਾ ਨਾਮ ਜਪਣ ਕਰਕੇ, ਪ੍ਰਭੂ ਦੀ ਵਡਿਆਈ ਕਰਨ ਕਰਕੇ ਨਿਰਮਲ ਹੋ ਗਿਆ। ਤੇ ਉਹਨਾਂ ਦੀ ਜਿਹੜੀ ਵਡਿਆਈ ਹੈ ਨਾ, ਉਹ ਇਹ ਨਹੀਂ ਕਿ ਚਾਰ ਜਾਣਿਆਂ ਨੇ ਜਿੰਦਾਬਾਦ ਕਰ ਦਿੱਤੀ, ਜਕਾਰੇ ਛੱਡ ਦਿੱਤੇ, ਉਹ ਹੀ ਬੰਦੇ ਫਿਰ ਮੌਕਾ ਆਉਣ ਤੇ ਮੁਰਦਾਬਾਦ ਕਰ ਦਿੰਦੇ ਨੇ। ਉਹਨਾਂ ਨਾਲ ਇਸ ਤਰ੍ਹਾਂ ਨਹੀਂ ਹੁੰਦੀ। ਉਹਨਾਂ ਦੀ ਤਾਂ ਫਿਰ ਭਾਈ ਆਪ ਨਿਰਮਲ, ਨਿਰਮਲ ਹੈ ਸੋਏ। ਉਹਨਾਂ ਦੀ ਸੋਭਾ ਆਪ ਨਿਰਮਲ, ਨਿਰਮਲ ਸੱਚ ਸੋਏ। ਉਹਨਾਂ ਦੀ ਸੋਭਾ ਸੱਚੀ ਹੁੰਦੀ ਹੈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ, ਕੋਈ ਮੇਟਣ ਹਾਰਾ ਨਹੀਂ ਫਿਰ ਉਹਨਾਂ ਦੀ ਸੋਭਾ ਨੂੰ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ, ਕੋਈ ਮੇਟ ਨਹੀਂ ਸਕਦਾ ਉਹਨਾਂ ਦੀ ਸੋਭਾ ਨੂੰ। ਜਿਨ ਗਿਆਨ ਕੀਆ ਤਿਸ ਹਰ ਤੂੰ ਜਾਣ। ਜਿਹਨੇ ਤੈਨੂੰ ਗਿਆਨ ਇੰਦਰੀਆਂ ਦੀ ਸੋਝੀ ਦਿੱਤੀ ਹੈ, 5 ਕਰਮ ਇੰਦਰੀ ਨੇ, 5 ਗਿਆਨ ਇੰਦਰੀ ਨੇ, ਜਿਹਦੇ ਕਰਕੇ ਅਸੀਂ ਦੇਖਦੇ ਹਾਂ, ਸੁਣਦੇ ਹਾਂ, ਸੁੰਘਦੇ ਹਾਂ, ਸਵਾਦ ਚੱਖਦੇ ਹਾਂ, ਸਪਰਸ਼ ਕਰਦੇ ਹਾਂ। ਇਹ ਕਹਿੰਦੇ ਕਿਹਨੇ ਸੋਝੀ ਦਿੱਤੀ ਆ? ਜਿਨ੍ਹਾਂ ਨੇ ਸਾਨੂੰ ਇਹ ਗਿਆਨ ਦਿੱਤਾ ਨਾ, ਗਿਆਨ ਇੰਦਰੀਆਂ ਨੂੰ ਵੀ ਸੋਝੀ ਦਿੱਤੀ ਹੈ। ਤੇ ਭਾਈ ਤੂੰ ਵੀ ਉਹਨੂੰ ਜਾਣ। ਇੰਨਾ ਕੁ ਗਿਆਨ ਤੂੰ ਪ੍ਰਾਪਤ ਕਰਕੇ ਤੈਨੂੰ ਕਿਹਨੇ ਇਹ ਸਭ ਕੁਝ ਦਿੱਤਾ ਹੈ? ਜਿਸ ਦਾ ਦਿੱਤਾ ਪਹਿਲਾਂ ਖਾਏ, ਤੇ ਸੁਆਲਸ ਕਿਉਂ ਬਣੇ ਮਾਏ। ਉਹਨੂੰ ਵੀ ਭਾਈ ਹਮੇਸ਼ਾ ਚੇਤੇ ਕਰਿਆ ਕਰ। ਸਾਚ ਸ਼ਬਦ ਪ੍ਰਭ ਏਕ ਸਿਆਣ। ਕਹਿੰਦੇ ਭਾਈ ਇੱਕੋ ਇੱਕ ਪ੍ਰਭੂ ਦਾ ਸ਼ਬਦ ਹੈ, ਜਿਹੜੇ ਸ਼ਬਦ ਗੁਰੂ ਦੇ ਲੜ ਸਾਨੂੰ ਲਾਇਆ। ਕਲਗੀਧਰ ਮਹਾਰਾਜ ਨੇ ਕਿਰਪਾ ਕੀਤੀ ਹੈ ਨਾ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਦੇਖੋ ਇੱਥੇ ਇਹ ਨਹੀਂ ਕਿਹਾ, ਸਭ ਨੂੰ ਕਹਿ ਦਿੱਤਾ ਸਭ ਸਿੱਖਣ ਕੋ ਹੁਕਮ ਹੈ। ਕੋਈ ਇਹ ਨਹੀਂ ਕਿਹਾ ਕਿ ਜਿਹੜੇ ਮੇਰੇ ਪੁੱਤਰ ਨੇ ਉਹਨਾਂ ਨੂੰ ਸਿੱਖਿਆ ਕੋਈ ਹੋਰ ਨੇ, ਤੇ ਜਿਹੜੇ ਦੂਸਰੇ ਪੁੱਤਰ ਨੇ ਜਾਂ ਵਿਦੇਸ਼ ਵਿੱਚ ਰਹਿੰਦੇ ਨੇ, ਦੂਰ ਰਹਿੰਦੇ ਨੇ, ਜਾਂ ਕਿਸੇ ਜਾਤ ਭੇਦ ਦਾ ਭਿੰਨ ਹੈ। ਨਹੀਂ ਭਾਈ, ਸਭ ਨੂੰ ਇੱਕੋ ਹੀ ਹੁਕਮ ਹੈ ਕਿ ਇਹ ਸ਼ਬਦ ਗੁਰੂ ਦੇ ਨਾਲ ਜੁੜਨਾ ਹੈ। ਸਾਚ ਸ਼ਬਦ ਪ੍ਰਭ ਏਕ ਸਿਆਣ। ਕਹਿੰਦੇ ਇੱਕੋ ਇੱਕ ਗੁਰੂ ਦਾ ਸ਼ਬਦ ਹੈ ਜਿਹਦੀ ਸਾਨੂੰ ਪਛਾਣ ਕਰਨੀ ਚਾਹੀਦੀ। ਅਸੀਂ ਕੱਚੇ ਪੱਲਿਆਂ ਦੇ ਮਗਰ ਫੇਰ ਤੁਰੇ ਫਿਰਦੇ ਹਾਂ। ਜਿਨ੍ਹਾਂ ਨੇ ਇਹ ਸ਼ਬਦ ਦੀ ਪਛਾਣ ਕੀਤੀ, ਸਾਧ ਸੰਗਤ ਜੀ, ਉਹਨਾਂ ਦਾ ਅੱਜ ਇਤਿਹਾਸ ਪੜ੍ਹ ਕੇ ਦੇਖੋ। ਅੱਜ 13 ਪੋਹ ਆ, 13 ਪੋਹ। ਕਦੇ ਮਨ ਵਿੱਚ ਖਿਆਲ ਕਰਕੇ ਵੇਖਿਓ ਕਿ ਜਦੋਂ ਵੀ 13 ਪੋਹ ਆਏਗਾ ਨਾ, ਤੇ ਸਾਡਾ ਮਨ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾਏਗਾ, ਨਮਸਕਾਰ ਕਰੇਗਾ। ਪ੍ਰਤੱਖ ਰੂਪ ਵਿੱਚ ਵੀ ਲੱਖਾਂ ਗੁਰੂ ਕੇ ਸ਼ਰਧਾਲੂ ਸਿੱਖ ਨਮਸਕਾਰਾਂ ਕਰਨ ਜਾਂਦੇ ਨੇ। ਕਿਉਂ ਜਾਂਦੇ ਨੇ ਭਾਈ? ਉਹ ਜਿਨ੍ਹਾਂ ਨੇ ਸਾਚ ਸ਼ਬਦ ਪ੍ਰਭ ਏਕ ਸਿਆਣ, ਜਿਨ੍ਹਾਂ ਨੇ ਪਛਾਣ ਲਿਆ। ਜਿਹੜਾ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਖਸ਼ਿਸ਼ ਕੀਤਾ, ਜਿਹੜਾ ਸ਼ਬਦ ਕਲਗੀਧਰ ਪਾਤਸ਼ਾਹ ਜੀ ਨੇ ਸਿਖਾਇਆ, ਜਿਹੜੇ ਸ਼ਬਦ ਦੀਆਂ ਲੋਰੀਆਂ ਮਾਤਾ ਗੁਜਰੀ ਨੇ ਦਿੱਤੀਆਂ। ਸਾਧ ਸੰਗਤ, ਧੰਨ ਹੈ ਮਾਤਾ ਗੁਜਰੀ। ਮਾਤਾ ਗੁਜਰ ਕੌਰ ਦਾ ਕਿਤੇ ਥੋੜਾ ਜਿਹਾ ਵੀ ਆਪਾਂ ਇਤਿਹਾਸ ਦੇਖੀਏ ਨਾ, ਦੁਨੀਆ 'ਚ ਇਹੋ ਜਿਹੀ ਮਾਤਾ ਹੋਵੇਗੀ ਕੋਈ, ਜਿਹਦੇ ਵਿੱਚ ਇੰਨੀ ਸਹਿਜ ਅਵਸਥਾ, ਜਿਹਦੇ ਵਿੱਚ ਇੰਨਾ ਟਿਕਾਓ। ਕਦੇ ਧਿਆਨ ਧਰ ਕੇ ਦੇਖੋ ਕਿ ਮਾਤਾ ਗੁਜਰੀ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹੀ ਦਾ ਆਨੰਦ ਕਾਰਜ ਹੋਇਆ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨੂੰਹ ਬਣ ਕੇ ਘਰ ਵਿੱਚ ਆਈ। ਕੁਝ ਸਮਾਂ ਬੀਤਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਸਾਹਿਬਜ਼ਾਦੇ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ। ਜਿਹੜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਭਤੀਜੇ ਸਨ। ਕੀ ਇਤਿਹਾਸ ਵਿੱਚ ਕਿਤੇ ਜ਼ਿਕਰ ਆਇਆ ਵੀ ਮਾਤਾ ਗੁਜਰੀ ਨੇ ਕਿਤੇ ਇਸ ਦਾ ਗਿਲਾ ਕੀਤਾ ਹੋਵੇ? ਪਿਤਾ ਸਮਾਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਿਤੇ ਜਾ ਕੇ ਬੇਨਤੀ ਕੀਤੀ ਹੋਵੇ ਵੀ ਇਹ ਗੁਰਤਾ ਗੱਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਣੀ ਚਾਹੀਦੀ ਸੀ? ਕਿਤੇ ਜ਼ਿਕਰ ਵੀ ਹੋਇਆ ਹੋਵੇ? ਨਹੀਂ।
ਫਿਰ 26 ਸਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਭੋਰੇ ਵਿੱਚ ਰਹੇ। ਘਰ ਵਿੱਚ ਸੰਤਾਨ ਕੋਈ ਨਹੀਂ। ਕਿਤੇ ਇਤਿਹਾਸ ਇਹੋ ਜਿਹਾ ਜ਼ਿਕਰ ਆਇਆ ਹੋਇਆ ਕਿ ਪਤੀ ਸਵਾਮੀ ਜੀ ਆਪ ਜੀ ਤੇ ਭੋਰੇ ਵਿੱਚ ਬੈਠੇ ਹੋ, ਮੇਰੇ ਘਰੇ ਤਾਂ ਸੰਤਾਨ ਵੀ ਕੋਈ ਨਹੀਂ, ਕੋਈ ਜ਼ਿਕਰ ਆਇਆ? ਮਾਤਾ ਗੁਜਰ ਕੌਰ ਜੀ, ਮਾਤਾ ਗੁਜਰੀ ਜੀ ਨੂੰ ਕਹਿੰਦੇ ਆ, ਇਹ ਕੋਈ ਸਧਾਰਨ ਔਰਤ ਨਹੀਂ ਸੀ। ਅੱਜ ਜਿਹੜੇ ਢੰਗ ਦੇ ਨਾਲ ਅਸੀਂ ਪ੍ਰਚਾਰਦੇ ਆ ਨਾ ਵੀ ਮਾਤਾ ਗੁਜਰੀ ਜੀ ਠੰਡੇ ਬੁਰਜ ਤੇ ਚੜ ਗਈ, ਉਹ ਵੇਖਦੀ ਹੈ ਕਿ ਮੇਰੇ ਪੋਤਰੇ ਵਾਪਸ ਨਹੀਂ ਆ ਰਹੇ, ਮਾਤਾ ਦੇ ਦਿਲ 'ਚ ਹੌਲ ਪੈ ਰਹੇ ਨੇ। ਜਦੋਂ ਪੋਤਰੇ ਨਹੀਂ ਆਏ, ਮਾਤਾ ਜੀ ਨੇ ਬੁਰਜ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਕਿਉਂ ਮਨ ਘੜਤ ਕਹਾਣੀਆਂ ਕੱਢਦੇ ਹੋ? ਮਾਤਾ ਗੁਜਰੀ ਸਧਾਰਨ ਕੋਈ ਮਾਤਾ ਸੀ? ਫਿਰ ਦੇਖੋ, ਹਲੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਦੋਂ ਦਿੱਲੀ ਨੂੰ ਚਲੇ ਗਏ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇ 9 ਸਾਲ ਦੇ ਨੇ, ਤੇ ਦਿੱਲੀ ਤੋਂ ਵਾਪਸ ਕੀ ਜਾਂਦਾ ਹੈ? ਮਾਤਾ ਗੁਜਰੀ ਦੇ ਪਿਤਾ ਦਾ, ਵਾਹਿਗੁਰੂ ਪਤੀ ਦਾ ਸੀਸ ਵਾਪਸ ਜਾਂਦਾ, ਕੱਲਾ ਧੜ ਵੀ ਨਹੀਂ ਜਾਂਦਾ, ਕੱਲਾ ਸੀਸ ਵਾਪਸ ਜਾਂਦਾ। ਧੰਨ ਮਾਤਾ ਗੁਜਰੀ ਜਿਹਨੇ ਆਪਣੀ ਪੁੱਤਰ ਦੀ ਝੋਲੀ ਵਿੱਚ ਆਪਣੇ ਪਤੀ ਦਾ ਸੀਸ ਪਿਆ ਦੇਖਿਆ। ਪਰ ਧੰਨ ਮਾਤਾ ਗੁਜਰੀ ਦਾ ਸਹਿਜ ਕਾਇਮ ਰਿਹਾ ਕਿ ਨਹੀਂ? ਕੀ 72 ਪਿੱਟ ਕੇ ਰੋਈ ਮਾਤਾ ਗੁਜਰੀ? ਨਹੀਂ, ਸਭ ਸੰਗਤਾਂ ਨੂੰ ਦਿਲਾਸਾ ਦਿੱਤਾ ਧੰਨ ਮਾਤਾ ਨੇ। ਫਿਰ ਅਨੰਦਪੁਰ ਸਾਹਿਬ ਛੱਡਿਆ, ਪਰਿਵਾਰ ਵਿਛੜ ਗਿਆ, ਦੋਹਾਂ ਪੋਤਰਿਆਂ ਦੇ ਨਾਲ ਕੋਹਾਂ ਦਾ ਪੈਂਡਾ ਤੈਅ ਕੀਤਾ ਮਾਤਾ ਗੁਜਰੀ ਨੇ। ਗਿਲਾ ਕੀਤਾ ਕਿਤੇ? ਫਿਰ ਜਿਹੜੇ ਗੰਗੂ ਨੇ ਨਿਮਕ ਹਰਾਮਗੀ ਕੀਤੀ, ਉਹਨੇ ਧਨ ਚਰਾ ਲਿਆ, ਉਹਨੂੰ ਵੀ ਉਪਦੇਸ਼ ਦਿੱਤਾ ਕਿ ਗੰਗੂ ਤੂੰ ਧਨ ਚਾਉਣਾ ਤੇ ਰੱਖ ਲੈ, ਕੋਈ ਗੱਲ ਨਹੀਂ। ਪਰ ਜਦੋਂ ਉਸ ਤੋਂ ਬਾਅਦ ਗ੍ਰਿਫਤਾਰੀ ਹੋ ਗਈ, ਮਰਿੰਡੇ ਤੋਂ ਉੱਥੇ ਆ ਗਏ ਸਰਹੰਦ, ਤੇ ਫਿਰ ਮਾਤਾ ਗੁਜਰੀ ਕੋਈ ਅਣਜਾਣ ਸਨ ਵੀ ਕੀ ਵਾਪਰਨ ਵਾਲਾ ਹੈ? ਨਹੀਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਅਤੇ ਮਾਤਾ ਗੁਜਰੀ ਜੀ ਦਾ ਜੀਵਨ ਲਿਖਿਆ ਕਲਗੀਧਰ ਮਹਾਰਾਜ ਨੇ। ਕਹਿੰਦੇ ਜਦੋਂ ਮੈਂ ਸੁਰਤ ਵਿੱਚ ਬੈਠਾ ਸੀ ਨਾ, ਇਹ ਵਿਦ ਕਰਤ ਤਪੱਸਿਆ ਭਇਓ ਦ્વੈ ਤੇ ਏਕ ਰੂਪ ਹੋਏ ਗਇਓ। ਕਹਿੰਦੇ ਜਦੋਂ ਮੈਂ ਉਹ ਸੁਰਤ ਵਿੱਚ ਸੀ ਨਾ, ਤੇ ਉਦੋਂ ਮੈਂ ਵੇਖਿਆ ਤਾਤ ਮਾਤ ਮੁਰ ਅਲਖ ਅਰਾਧਾ ਬਹੁਬਿਧ ਜੋਗ ਸਾਧਨਾ ਸਾਧਾ। ਕਹਿੰਦੀ ਮੇਰੀ ਮਾਤਾ ਨੇ ਕਈ ਤਰ੍ਹਾਂ ਦੀ ਯੋਗ ਸਾਧਨਾ ਸਾਧੀ। ਆ ਪਤੰਜਲੀ ਯੋਗ ਨਹੀਂ, ਜੋ ਯੋਗ ਨਹੀਂ, ਹੱਠ ਯੋਗ ਨਹੀਂ, ਜੋ ਕਈ ਕਿਸਮ ਦਾ। ਮੈਂ ਇਸ ਪਾਸੇ ਨਾ ਜਾਵਾਂ, ਸਮਾਂ ਹੀ ਨਹੀਂ ਹੈਗਾ। ਸਾਧ ਸੰਗਤ ਪਰਮਾਤਮਾ ਨਾਲ ਜੁੜਨ ਵਾਲਾ ਯੋਗ ਜਿਹੜਾ ਸੀ, 10ਵੇਂ ਦੁਆਰ ਵਿੱਚ ਸਵਾਸ ਚੜਾ ਕੇ ਉਹਦੇ ਵਿੱਚ ਲਿਵ ਜੋੜ ਕੇ ਬੈਠ ਜਾਣਾ। ਕਹਿੰਦੇ ਮੇਰੀ ਮਾਤਾ ਨੂੰ ਇਹ ਵੀ ਢੰਗ ਆਉਂਦਾ ਸੀ। ਧੰਨ ਗੁਰੂ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ 10ਵੇਂ ਗ੍ਰੰਥ 'ਚ ਲਿਖਦੇ ਨੇ, ਤਾਤ ਮਾਤ ਮੁਰ ਅਲਖ ਅਰਾਧਾ ਬਹੁਵਿਧ ਯੋਗ ਸਾਧਨਾ ਸਾਧਾ। ਕਹਿੰਦੀ ਇਹ ਯੋਗ ਸਾਧਨਾ ਨੂੰ ਜਾਣਦੀ ਸੀ ਮੇਰੀ ਮਾਤਾ, ਤੇ ਉਸ ਮਾਤਾ ਨੇ ਦਲੇਰੀ ਵੀ ਦਿੱਤੀ, ਦਲਾਰ ਵੀ ਦਿੱਤਾ, ਪਿਆਰ ਵੀ ਦਿੱਤਾ। ਕਲਗੀਆਂ ਸਜਾਈਆਂ, ਦਮਾਲੇ ਸਜਾਏ, ਮੁਖ ਚੁੰਮੇ। ਕੱਲ ਮੈਂ ਇੱਕ ਬੇਨਤੀ ਕੀਤੀ ਸੀ, ਉਹ ਤੋਂ ਅੱਗੇ ਅੱਜ ਦੂਸਰਾ ਦਿਨ, ਜਦੋਂ ਸਾਹਿਬਜ਼ਾਦੇ ਦੂਸਰੇ ਦਿਨ ਕਚਹਿਰੀ 'ਚ ਗਏ ਨਾ, ਤੇ ਮਾਤਾ ਨੇ ਬੜੇ ਪਿਆਰ ਨਾਲ ਭੇਜੇ ਨੇ, ਦਲਾਰ ਨਾਲ ਭੇਜੇ ਨੇ, ਉਤਸ਼ਾਹ ਦਿੱਤਾ, ਹੌਸਲਾ ਦਿੱਤਾ ਹੈ। ਤੇ ਉਧਰ ਸੂਬਾ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਇੱਕ ਮਤਾ ਪਕਾਇਆ ਗਿਆ ਕਿ ਅੱਜ ਕਚਹਿਰੀ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਜਾਏਗਾ, ਸਿਰਫ ਬਾਰੀ ਖੋਲੀ ਜਾਏਗੀ। ਇਹ ਇਤਿਹਾਸ ਜਦੋਂ ਮੈਂ ਪੜ੍ਹਦਾ ਸਾਂ ਨਾ, ਸ਼੍ਰੀਮਾਨ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਮੁਖ ਤੋਂ ਹੀ ਸਜਦਾ ਸੀ ਸਾਧ ਸੰਗਤ। ਐਂ ਲੱਗਦਾ ਸੀ ਜਿਵੇਂ ਮਹਾਂਪੁਰਖ ਆਪ ਹੀ ਉਸ ਯੁੱਧ ਵਿੱਚ, ਉਸ ਸਾਰੀ ਕਿਰਿਆ ਦੇ ਵਿੱਚ ਖੜੇ ਹੋਣ। ਉੱਥੇ ਹੀ ਲੈ ਜਾਂਦੇ ਸੀ ਸੰਗਤਾਂ ਦੇ ਦਿਲਾਂ ਨੂੰ, ਮਨਾਂ ਨੂੰ ਖਿੱਚ ਕੇ। ਉਹ ਨਕਸ਼ਾ ਉਸੇ ਤਰ੍ਹਾਂ ਦਾ ਸਾਹਮਣੇ ਪੇਸ਼ ਕਰਦੇ ਸਨ। ਉਹਨਾਂ ਮਹਾਂਪੁਰਖਾਂ ਤੋਂ ਕਈ ਵਾਰ ਇਹ ਇਤਿਹਾਸ ਸੁਣਿਆ। ਸਾਧ ਸੰਗਤ ਜੀ ਕਚਹਿਰੀ ਦੇ ਕੋਲ ਗਏ, ਦੋਨੇ ਭਰਾ ਆਪਸ ਵਿੱਚ ਵੇਖਦੇ ਨੇ, ਤੇ ਕਹਿੰਦੇ ਇਸ ਚਾਲ ਨੂੰ ਵੀ ਆਪਾਂ ਨਕਾਰਾ ਕਰ ਦੇਣਾ ਹੈ।
ਉਹਨਾਂ ਨੇ ਸੋਚਿਆ ਸੀ ਕਿ ਜਦੋਂ ਇਸ ਤਰ੍ਹਾਂ ਤਾਂ ਇਹਨਾਂ ਨੇ ਮੰਨਣਾ ਨਹੀਂ। ਇਹ ਬੜੀਆਂ ਉੱਚੀਆਂ ਸੋਚਾਂ ਦੇ ਮਾਲਕ ਨੇ। ਦੇਖਣ ਨੂੰ ਇਹਨਾਂ ਦੇ ਸਰੀਰ ਜਿਸਮ ਛੋਟੇ ਨੇ, ਉਮਰ ਛੋਟੀ ਹੈ, ਪਰ ਸੋਚ ਛੋਟੀ ਨਹੀਂ। ਜਦੋਂ ਸੀਸ ਝੁਕਾ ਕੇ ਅੰਦਰ ਵੜਨਗੇ ਨਾ ਤੇ ਸਭ ਤਾੜੀਆਂ ਮਾਰ ਦਿਓ, ਅੱਲਾਹੂ ਦੇ ਜਕਾਰੇ ਛੱਡ ਦਿਓ, ਕਹਿ ਦਿਆਂਗੇ ਵੀ ਇਹਨਾਂ ਨੇ ਇਸਲਾਮ ਕਬੂਲ ਕਰ ਲਿਆ। ਆਪਣੀ ਆਵਾਜ਼ ਵਿੱਚ, ਇਹਨਾਂ ਦੀ ਆਵਾਜ਼ ਥੋੜ੍ਹਾ ਸੁਣਨੀ ਕਿਸੇ ਨੇ। ਕਵਾਂਗੇ ਸੀਸ ਸਾਨੂੰ ਝੁਕਾਇਆ ਹੈ, ਇਹਨਾਂ ਨੇ ਦਰਵਾਜ਼ਾ ਲੰਘਣ ਵਾਸਤੇ ਨਹੀਂ ਝੁਕਾਇਆ। ਕੇਵਲ ਸਾਹਿਬਜ਼ਾਦਿਆਂ ਨੇ ਕੀ ਕੀਤਾ, ਅੰਦਰ ਵੜਨ ਲੱਗਿਆ ਪਹਿਲਾਂ ਜੁੱਤੀਆਂ ਅੰਦਰ ਵਾੜੀਆਂ, ਪੈਰ ਅੰਦਰ ਕੀਤੇ, ਸਿਰ ਨਹੀਂ ਕੀਤਾ ਅੰਦਰ। ਕਹਿੰਦੇ ਲੈ ਸੂਬਿਆ, ਤੇਰੀਆਂ ਇਹਨਾਂ ਸਾਰੀਆਂ ਸੋਚਾਂ ਨੂੰ ਜੁੱਤੀ ਦੀ ਨੋਕ ਤੇ ਠਕਰਾਉਣੇ ਆ। ਪੈਰ ਪਹਿਲਾਂ ਅੰਦਰ ਕੀਤੇ, ਫੇਰ ਧੜ ਅੰਦਰ ਕੀਤਾ, ਫੇਰ ਸੀਸ ਨੰਗਾਇਆ। ਹੈਰਾਨ ਰਹਿ ਗਏ। ਰਹੋ ਵਿਚਾਰ ਸਾਧ ਸੰਗਤ, ਸਮਾਂ ਇੰਨਾ ਕੁ ਹੈ। ਬੜੇ ਇੱਥੇ ਸਵਾਲ ਜਵਾਬ ਹੋਏ। ਜਦੋਂ ਕੁਝ ਵੀ ਨਾ ਸੁਝਿਆ, ਫਿਰ ਕਿਹਾ ਕਿ ਇਹਨਾਂ ਨੂੰ ਇੱਥੇ ਕਤਲ ਕਰ ਦੇਣਾ ਚਾਹੀਦਾ। ਇੱਥੇ ਸ਼ੇਰ ਖਾਂ ਮਲੇਰਕੋਟਲੇ ਦਾ ਇੱਕ ਪਠਾਨ ਬੈਠਾ, ਉਹ ਕਹਿੰਦਾ ਵੀ ਨਹੀਂ ਵਜ਼ੀਰ ਖਾਂ, ਕੁਰਾਨ ਸ਼ਰੀਫ ਦੇ ਵਿੱਚ ਕਿੱਥੇ ਲਿਖਿਆ ਕਿ ਤੁਸੀਂ 5-6 ਸਾਲ ਦੇ ਬੱਚਿਆਂ ਨੂੰ ਇਸ ਤਰ੍ਹਾਂ ਕਤਲ ਕਰ ਦੋ? ਇਹ ਤੇ ਗੁਨਾਹ ਹੋ ਜਾਏਗਾ। ਹਾਂ, ਤੁਹਾਡੀ ਦੁਸ਼ਮਣੀ ਹੈ ਗੁਰੂ ਗੋਬਿੰਦ ਸਿੰਘ ਨਾਲ, ਫੜੋ ਉਹਨਾਂ ਦਾ ਪਿੱਛਾ ਕਰੋ, ਮੈਦਾਨੇ ਜੰਗ ਵਿੱਚ ਜੂਝ ਕੇ ਦੇਖੋ ਉਹਨਾਂ ਨਾਲ, 2 ਹੱਥ ਕਰੋ, ਮੈਂ ਵੀ ਤੁਹਾਡੇ ਨਾਲ ਚੱਲਾਂਗਾ। ਪਰ ਇਹਨਾਂ ਬੱਚਿਆਂ ਤੇ ਇਸਲਾਮ ਦੇ ਹੁਕਮ ਦੇ ਨਾਲ ਤਲਵਾਰ ਚੱਲੇ, ਇਹਦੇ ਨਾਲ ਮੈਂ ਸਹਿਮਤ ਨਹੀਂ। ਇਹ ਨਹੀਂ ਹੋਣਾ ਚਾਹੀਦਾ। ਇਤਿਹਾਸ ਕਹਿੰਦਾ ਕਿ ਵਜ਼ੀਰ ਖਾਂ ਵੀ ਮੰਨ ਗਿਆ ਵੀ ਨਹੀਂ ਹੋਣਾ ਚਾਹੀਦਾ, ਛੱਡ ਦੇਣੇ ਚਾਹੀਦੇ ਨੇ। ਪਰ ਝੂਠਾ ਆਨੰਦ ਨੇ, ਜਿਹਨੂੰ ਸੁੱਚਾ ਆਨੰਦ ਲਿਖਿਆ ਇਤਿਹਾਸ ਨੇ, ਉਹ ਸੁੱਚਾ ਆਨੰਦ ਨੇ ਕਿਹਾ ਵਜ਼ੀਰ ਖਾਂ ਵੇਖੀ ਕਿਤੇ ਭਲੇਖੇ ਵਿੱਚ ਛੱਡ ਦੇਵੇਂ, ਸੱਪਾਂ ਦੇ ਪੁੱਤਰ ਸਪੋਲੀਏ ਹੁੰਦੇ ਨੇ। ਇਹੋ ਜਿਹੀਆਂ ਉਦਾਹਰਨਾਂ ਦਿੱਤੀਆਂ। ਤੇ ਫਿਰ ਆਪਣੇ ਕੋਲੋਂ ਪੁੱਛਦਾ ਵੀ ਬੱਚਿਓ, ਜੇ ਤੁਹਾਨੂੰ ਛੱਡ ਦਈਏ ਕੀ ਕਰੋਗੇ, ਕਿੱਥੇ ਜਾਓਗੇ, ਤੁਹਾਡਾ ਘਰ ਨਹੀਂ ਘਾਟ ਨਹੀਂ। ਕਹਿੰਦੇ ਅਸੀਂ ਜੰਗਲਾਂ ਵਿੱਚ ਜਾਵਾਂਗੇ, ਗੁਰੂ ਕੇ ਸਿੱਖਾਂ ਨੂੰ ਲੱਭਾਂਗੇ, ਉਹਨਾਂ ਦੀ ਫੌਜ ਬਣਾਵਾਂਗੇ, ਉਹਨਾਂ ਨੂੰ ਅੰਮ੍ਰਿਤ ਛਕਾ ਕੇ ਤਿਆਰ ਬਰਤਿਆਰ ਕਰਾਂਗੇ, ਘੋੜੇ ਲੱਭਾਂਗੇ, ਸ਼ਾਸਤਰ ਖਰੀਦਾਂਗੇ ਤੇ ਜ਼ੁਲਮ ਦੇ ਨਾਲ ਡਟਣ ਵਾਸਤੇ ਤਿਆਰ ਬਰਤਿਆਰ ਰਵਾਂਗੇ, ਜ਼ੁਲਮ ਦਾ ਨਾਸ਼ ਕਰਾਂਗੇ, ਜਦੋਂ ਤੱਕ ਸਵਾਸ ਰਹਿਣਗੇ ਸੱਚ ਦੇ ਉੱਪਰ ਪਹਿਰਾ ਦੇਵਾਂਗੇ। ਇਹ ਗੱਲਾਂ ਸੁਣ ਕੇ ਸੁੱਚਾ ਆਨੰਦ ਕਹਿੰਦਾ ਸੁਣ ਲਓ ਵਜ਼ੀਰ ਖਾਂ, ਆਹ ਗੱਲਾਂ ਨੇ। ਤੇ ਫਿਰ ਸ਼ੇਰ ਖਾਨ ਦੀ ਗੱਲ ਪਾਸੇ ਰੱਖ ਕੇ ਦੀਵਾਰਾਂ ਵਿੱਚ ਚਿਣ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ। ਸਾਧ ਸੰਗਤ, ਇਹ ਸਾਹਿਬਜ਼ਾਦਿਆਂ ਦੇ ਜਿਸਮਾਂ ਦੀਆਂ ਦੀਵਾਰਾਂ ਨਹੀਂ ਸਨ, ਇਹ ਖਾਲਸਾ ਪੰਥ ਦੀ ਹੋਂਦ ਦੀਆਂ ਦੀਵਾਰਾਂ। ਅੱਜ ਦੁਨੀਆ ਵਿੱਚ ਜਿੱਥੇ ਸਿੱਖ ਬੈਠਾ, ਇਹਨਾਂ ਦੀਵਾਰਾਂ ਨੂੰ ਉੱਥੇ ਬੈਠਾ ਸਜਦਾ ਕਰਦਾ ਕਿ ਨਹੀਂ? ਇਹ ਸਿੱਖ ਪੰਥ ਦੀਆਂ ਦੀਵਾਰਾਂ ਸਾਜੀਆਂ ਉਸਾਰੀਆਂ ਛੋਟੀਆਂ ਛੋਟੀਆਂ ਜਿੰਦਾਂ ਨੇ। ਆਪਾਂ ਕਹਿੰਦੇ ਛੋਟੇ ਲਫ਼ਜ਼ਾਂ ਵਿੱਚ ਛੋਟੀਆਂ ਜਿੰਦਾਂ, ਵੱਡੇ ਸਾਕੇ। ਤੇ ਜਦੋਂ ਇੱਧਰ ਸਾਹਿਬਜ਼ਾਦੇ ਸ਼ਹੀਦ ਹੋਏ, ਉਧਰ ਮਾਤਾ ਗੁਜਰ ਕੌਰ ਨੂੰ ਪਤਾ ਲੱਗ ਗਿਆ ਕਿ ਸਾਹਿਬਜ਼ਾਦੇ ਇਸ ਸੰਸਾਰ ਤੋਂ ਚਲੇ ਗਏ ਨੇ। ਤੇ ਜਿਹੜੇ ਮੇਰੇ ਵੀਰ ਕਹਿੰਦੇ ਨਾ ਮਾਤਾ ਨੇ ਕਿਲੇ ਤੋਂ ਛਾਲ ਮਾਰ ਦਿੱਤੀ, ਕਿ ਮਾਤਾ ਤੇ ਪਹਿਰਾ ਨਹੀਂ ਸੀ? ਕਿ ਉਸ ਜਿਹੜੇ ਬੁਰਜ ਦੇ ਵਿੱਚ ਸਾਹਿਬਜ਼ਾਦੇ ਰੱਖੇ ਸੀ ਉੱਥੇ ਕੋਈ ਪਹਿਰਾ ਨਹੀਂ ਸੀ? ਸਾਧ ਸੰਗਤ, ਗੁਰੂ ਕੇ ਇਤਿਹਾਸ ਨੂੰ ਕਿਉਂ ਉਲਟਾ ਕਰਨ ਦੀ ਕੋਸ਼ਿਸ਼ ਕਰਦੇ ਆ? ਨਹੀਂ, ਉਹ ਬ੍ਰਹਮ ਗਿਆਨੀ ਮਾਤਾ ਨੂੰ ਪਤਾ ਸੀ ਕਿ ਹੁਣ ਸਾਹਿਬਜ਼ਾਦੇ ਜਾਣ ਲੱਗੇ ਸਿਪਾਹੀਆਂ ਨੂੰ ਕਹਿਤਾ ਕਿ ਅੱਜ ਤੁਸੀਂ ਇਕੱਲੇ ਮੁੜੋਗੇ, ਸਾਹਿਬਜ਼ਾਦੇ ਤੁਹਾਡੇ ਨਾਲ ਨਹੀਂ ਹੋਣਗੇ। ਮੈਂ ਸਮਝਦੀ ਹਾਂ ਇਸ ਗੱਲ ਨੂੰ, ਪਰ ਇਹ ਮਤਾ ਸਮਝੋ ਕਿਤੇ ਹੋਰ ਚਲੇ ਜਾਣਗੇ। ਇਹ ਦਾਦਾ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਜਾਣਗੇ। ਇਹਨਾਂ ਦਾ ਫਿਕਰ ਮੈਨੂੰ ਨਹੀਂ ਕਰਨ ਦੀ ਲੋੜ, ਤੁਹਾਨੂੰ ਵੀ ਨਹੀਂ ਕਰਨ ਦੀ ਲੋੜ, ਵਿਰਾਗ ਕਰਨ ਦੀ ਲੋੜ ਨਹੀਂ। ਇੱਥੇ 2 ਗੱਲਾਂ ਖਾਲਸਾ ਪੰਥ ਨੂੰ ਹਮੇਸ਼ਾ ਯਾਦ ਰੱਖਣੀਆਂ ਚਾਹੀਦੀਆਂ। ਇੱਕ ਸੇਠ ਟੋਡਰ ਮੱਲ ਤੇ ਇੱਕ ਬਾਬਾ ਮੋਤੀ ਮਹਿਰਾ, ਜਿਨ੍ਹਾਂ ਨੇ ਜ਼ੁਲਮ ਦੀ ਪਰਵਾਹ ਨਾ ਕਰਦਿਆਂ ਹੋਇਆਂ ਗੁਰੂ ਦੀ ਸੇਵਾ ਵਿੱਚ ਨਿਤਰੇ। ਉਹਨਾਂ ਦੀਆਂ ਵੀ ਲਾਸਾਨੀਆਂ ਕੁਰਬਾਨੀਆਂ ਨੇ।
ਸਾਧ ਸੰਗਤ ਬਾਬਾ ਮੋਤੀ ਮਹਿਰਾ ਨੂੰ ਵੀ, ਸੇ ਟੋਡਰ ਮੱਲ ਨੂੰ ਵੀ ਬੜੇ ਬਾਅਦ ਵਿੱਚ ਤਸੀਹੇ ਦਿੱਤੇ ਗਏ। ਉਹਨਾਂ ਦੀ ਸ਼ਹਾਦਤ ਵੀ ਵਿਲੱਖਣ ਸ਼ਹਾਦਤ ਹੈ। ਪਰ ਧੰਨ ਮਾਤਾ ਗੁਜਰ ਕੌਰ ਨੂੰ ਜਦੋਂ ਪਤਾ ਲੱਗਾ ਕਿ ਸਾਹਿਬਜ਼ਾਦੇ ਚਲੇ ਗਏ ਨੇ ਸੱਚਖੰਡ, ਤੇ ਮਾਤਾ, ਕਿਉਂਕਿ ਕਲਗੀਧਰ ਪਾਤਸ਼ਾਹ ਜੀ ਨੇ ਲਿਖਿਆ ਹੈ ਕਿ ਇਹ ਜੋਗ ਦੇ ਅਭਿਆਸੀ ਸਨ। ਮਾਤਾ ਜੀ 10ਵੇਂ ਦਵਾਰ ਵਿੱਚ ਆਪਣੇ ਸਰੀਰ ਸਵਾਸ ਚੜਾ ਕੇ, ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੱਸਿਆ ਕਰਦੇ ਸਨ ਕਿ ਇੱਥੇ ਇੱਕ ਬ੍ਰਹਮਾ ਨਾੜੀ ਹੁੰਦੀ ਆ। ਇਹਨੂੰ ਯੋਗਾ ਅਭਿਆਸੀ ਲੋਕ ਜਾਣਦੇ ਨੇ ਜਾਂ ਪੜ੍ਹ ਸਕਦੇ ਆ ਆਪਾਂ। ਉਸ ਨਾੜੀ ਨੂੰ ਫੋੜ ਕੇ 10 ਦਵਾਰ ਦੇ ਵਿੱਚੋਂ ਸਵਾਸ ਮਾਤਾ ਨੇ ਖਤਮ ਕਰ ਦਿੱਤਾ। ਇਸ ਕਰਕੇ ਮਾਤਾ ਦੇ ਸੀਸ ਵਿੱਚੋਂ ਖੂਨ ਸਿਮਿਆ ਸੀ, ਕਿਉਂਕਿ ਉਹ ਐਨ ਜਿੱਥੇ ਆਪਾਂ ਸਿਰ ਦੇ ਵਿੱਚ ਤੇਲ ਲਾਉਣੇ ਆ ਨਾ, ਇੱਥੇ ਇੱਕ ਪੋਲਾ ਮਾਸ ਹੁੰਦਾ, ਇਹਦੇ ਥੱਲੇ, ਇਸ ਤਾਲੂਏ ਦੇ ਥੱਲੇ ਬ੍ਰਹਮਾ ਨਾੜੀ ਹੈ। ਉਹ ਨਾੜੀ ਨੂੰ ਫੋੜਿਆ ਜਦੋਂ, ਇੱਥੇ ਜ਼ਖਮ ਹੋਇਆ, ਇੱਥੋਂ ਮਾਤਾ ਜੀ ਨੇ ਸਵਾਸ ਕੱਢ ਕੇ ਆਪ ਵੀ ਸੱਚਖੰਡ ਨੂੰ ਚਲੇ ਗਏ। ਧੰਨ ਮਾਤਾ, ਧੰਨ ਕਲਗੀਧਰ ਪਾਤਸ਼ਾਹ ਜੀ, ਆਪ ਜੀ, ਧੰਨ ਆਪ ਜੀ ਦੇ ਸਾਹਿਬਜ਼ਾਦੇ ਸਾਨੂੰ ਸਮੁੱਚੇ ਸੰਸਾਰ ਨੂੰ, ਸਿੱਖ ਸੰਸਾਰ ਨੂੰ ਸਿੱਖਿਆ ਲੈਣੀ ਚਾਹੀਦੀ ਹੈ। ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਕੇ ਇਸ ਇਤਿਹਾਸ ਨੂੰ ਸਾਧ ਸੰਗਤ ਦੁਨੀਆ ਦੇ ਵਿੱਚ ਪ੍ਰਚਾਰਨਾ ਚਾਹੀਦਾ ਹੈ। ਆਪਣੇ ਘਰਾਂ ਵਿੱਚ, ਆਪਣੇ ਬੱਚਿਆਂ 'ਚ, ਜੋੜ ਮੇਲਿਆਂ 'ਚ, ਸੰਗਤਾਂ ਵਿੱਚ ਪ੍ਰਚਾਰਨਾ ਚਾਹੀਦਾ, ਨਾ ਕਿ ਇਸ ਢੰਗ ਨਾਲ ਪ੍ਰਚਾਰੀਏ ਕਿ ਅਸੀਂ ਇਕੱਠੇ ਹੋ ਕੇ ਕਹੀਏ ਕਿ ਬਹੁਤ ਸਾਡੇ ਤੇ ਇੱਕ ਪੱਖ ਹੈ ਕਿ ਜ਼ੁਲਮ ਹੋਇਆ, ਪਰ ਜ਼ੁਲਮ ਦੇ ਮੂੰਹ ਨਹੀਂ ਪੁਆਏ। ਇੱਕ ਗੱਲ ਨੂੰ ਰੋਈਏ ਅਸੀਂ, ਇੱਕ ਗੱਲ ਦਾ ਵਿਰਾਗ ਕਰਕੇ ਦਸੀਏ, ਦੂਜੀ ਗੱਲ ਛੱਡ ਹੀ ਜਾਈਏ ਨਾ ਭਾਈ। ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਕਹੋ ਕਿ ਸਾਡੀ ਕੌਮ ਦਾ ਫਖਰ ਹੈ ਇਹ, ਸਾਡੀ ਕੌਮ ਲਈ ਏਡਾ ਲਾਸਾਨੀ ਇਤਿਹਾਸ ਸਿਰਜਿਆ ਸਾਹਿਬਜ਼ਾਦਿਆਂ ਨੇ, ਜਿਹਦੇ ਸਿਰ ਤੇ ਅੱਜ ਕੌਮ ਜਿੰਦਾ ਹੈ। ਇਸ ਕਰਕੇ ਸਾਨੂੰ ਇਹਦੇ ਤੇ ਫਖਰ ਹੋਣਾ ਚਾਹੀਦਾ। ਕੇਵਲ ਇੱਕ ਕਲਾ ਦੇ ਰਾਹੀਂ ਵਿਰਾਗ ਪੈਦਾ ਕਰਕੇ ਸੰਗਤਾਂ ਨੂੰ ਰਵਾ ਕੇ ਦੱਸਣਾ ਕਿ ਇਹ ਤੇ ਇੱਕ ਬਹੁਤ ਅਣਹੋਣੀ ਜੀ ਘਟਨਾ ਘਟ ਗਈ, ਬਹੁਤ ਮਾੜਾ ਹੋਇਆ ਸਾਡੇ ਨਾਲ, ਅਸੀਂ ਵਿਚਾਰੇ ਸਾਂ, ਸਾਡਾ ਕੋਈ ਵਾਹ ਨਹੀਂ ਸੀ ਚੱਲਦੀ। ਇਹਨਾਂ ਸਾਰੀਆਂ ਗੱਲਾਂ 'ਚ ਇਸ ਪਾਸੇ ਲੈ ਕੇ ਚਲੇ ਜਾਓ, ਤੇ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਸਾਧ ਸੰਗਤ ਜੋ ਵਾਹ ਚੱਲੀ, ਉੱਥੇ ਸੂਬਾ ਸਰਹੰਦ ਦੀਆਂ ਸੋਚਾਂ ਚਕਰਾ ਗਈਆਂ। ਤੇ ਫਿਰ ਸਮਾਂ ਕਿੰਨਾ ਬੀਤਿਆ ਸਾਧ ਸੰਗਤ? 1761 ਸੰਮਤ ਤੋਂ ਬਾਅਦ ਕੇਵਲ 6 ਸਾਲ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਸੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, ਉਸੇ ਵਜੀਦ ਖਾਨ ਦਾ ਕਤਲ ਕੀਤਾ। ਸਾਧ ਸੰਗਤ ਘੋੜਿਆਂ, ਵਾਹਿਗੁਰੂ, ਘੋੜਿਆਂ ਮਗਰ ਪਾ ਕੇ, ਹਾਥੀਆਂ ਮਗਰ ਪਾ ਕੇ ਖਿੱਚ ਕੇ ਸਾਰੇ ਸ਼ਹਿਰ ਸਰਹੰਦ ਦੇ ਵਿੱਚ ਫੇਰਿਆ। ਫਿਰ ਪਤਾ ਲੱਗਾ ਨਾ ਖਾਲਸਾ ਕੌਣ ਹੈ। ਫਿਰ ਵੀ ਵਿਚਾਰੇ ਬਣੇ ਰਹੋ, ਰੋਈ ਜਾਓ। ਨਹੀਂ ਭਾਈ, ਇਹ ਲਸਾਨੀ ਇਤਿਹਾਸ ਧੰਨ ਕਲਗੀਧਰ ਪਾਤਸ਼ਾਹ, ਜਿਨ੍ਹਾਂ ਨੇ ਵੈ ਪ੍ਰਗਟਿਓ ਮਰਦ ਗੰਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਉਹ ਤੇ ਆਪ ਪ੍ਰਗਟ ਹੋਏ ਤੇ ਫਿਰ ਪ੍ਰਗਟ ਕੀਤਾ ਖਾਲਸਾ ਪੰਥ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜਿਹੜਾ ਖਾਲਸਾ ਪ੍ਰਗਟ ਕੀਤਾ, ਇਹੋ ਹੀ ਖਾਲਸਾ ਸਾਹਿਬਜ਼ਾਦਾ ਜੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਨਹੀਂ ਸਨ ਕਿ ਉਹਨਾਂ ਦੀ ਸ਼ਹਾਦਤ ਰੋਣ ਵਾਸਤੇ ਆ? ਨਹੀਂ, ਮਹਾਰਾਜ ਕਹਿੰਦੇ ਤੇ ਅਕਾਲ ਪੁਰਖ ਦੀ ਫੌਜ ਪ੍ਰਗਟ ਹੋਈ ਹੈ ਤੇ ਖਾਲਸੇ ਨੇ ਆਪਣੇ ਜ਼ੋਰ ਦਿਖਾਏ ਭਾਈ। ਜਿਹੜੀਆਂ ਸ਼ਹਾਦਤਾਂ ਹੋਈਆਂ, ਪੰਜਮ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ, 9ਵੇਂ ਗੁਰਦੇਵ ਨੇ ਸ਼ਹਾਦਤ ਦਿੱਤੀ, ਤੇ ਸ਼ਹਾਦਤਾਂ ਚਮਕੌਰ ਦੀ ਗੜੀ ਵਿੱਚ ਵੀ ਹੋਈਆਂ ਤੇ ਸਰਹੰਦ ਦੀਆਂ ਨੀਆਂ ਵਿੱਚ ਵੀ ਹੋਈਆਂ। ਪਰ ਜਿਹੜਾ ਇਹਨਾਂ ਤੋਂ ਇਤਿਹਾਸ ਬਣਿਆ ਸਾਧ ਸੰਗਤ, ਉਹ ਇਤਿਹਾਸ ਪੜ੍ਹ ਕੇ, ਉਸ ਇਤਿਹਾਸ ਨੂੰ ਅਪਣਾ ਕੇ ਸਾਨੂੰ ਉਹੀ ਬਾਣੀ, ਉਹੀ ਕਲਗੀਧਰ ਪਾਤਸ਼ਾਹ ਦਾ ਸੰਦੇਸ਼ ਤੇ ਉਹੀ ਕਲਗੀਧਰ ਪਾਤਸ਼ਾਹ ਦਾ ਖਾਲਸਾ ਸਜਣ ਵਾਸਤੇ ਤਤਪਰ ਰਹਿਣਾ ਚਾਹੀਦਾ। ਤਤਪਰ, ਸਮਾਂ ਗਵਾਉਣਾ ਨਹੀਂ ਚਾਹੀਦਾ। ਮੈਂ ਇੱਕ ਬੇਨਤੀ ਕਰਾਂ, ਸਿੰਘ ਸਾਹਿਬ ਜੀ ਨੇ ਜਦੋਂ ਸ੍ਰੀ ਮੁਖ ਵਾਕ ਲਿਆ ਤੇ ਨਾਲ ਦੱਸਿਆ ਕਿ ਸਾਰੇ ਗੁਰਦੁਆਰਿਆਂ ਦੇ ਵਿੱਚ ਅੱਜ ਸਾਲ ਦਾ ਅਖੀਰੀ ਦਿਨ ਹੋਣ ਕਰਕੇ ਸਾਲ ਦਾ ਈਸਵੀ ਸਨ ਖਤਮ ਹੋ ਰਿਹਾ ਹੈ। ਇਹ ਸਾਡਾ ਸਨ ਨਹੀਂ,
ਸਾਡਾ ਤਾਂ ਵਿਸਾਲ ਚੇਤ ਵਿੱਚ ਚੜੇਗਾ। ਪਰ ਸੰਨ ਕੋਈ ਵੀ ਖਤਮ ਹੁੰਦਾ ਹੈ, ਇਹ ਵਪਾਰਕ ਸੰਨ ਹੈ, ਕਿਉਂਕਿ ਅੰਗਰੇਜ਼ਾਂ ਨੇ ਦੁਨੀਆ ਦੇ ਬਹੁਤ ਵੱਡੇ ਖਿੱਤੇ ਦੇ ਉੱਪਰ ਰਾਜ ਕੀਤਾ ਤੇ ਉਹ ਵਪਾਰਕ ਸੰਨ ਉਹ ਹੀ ਚੱਲਦੇ ਨੇ ਜਿਹੜੇ ਉਹਨਾਂ ਨੇ ਚਲਾ ਦਿੱਤੇ ਸਨ। ਇਹ ਈਸਵੀ ਸੰਨ ਹੈ। ਰਹੋ ਵਿਚਾਰ, ਈਸਵੀ ਸੰਨ ਖਤਮ ਹੋ ਰਿਹਾ, ਵਪਾਰਕ ਸੰਨ ਸਾਡੇ ਸਾਰੇ ਧੰਦੇ ਇਹਦੇ ਤੇ ਚੱਲਦੇ ਨੇ। ਪਰ ਇੱਕ ਗੱਲ ਗੁਰਸਿੱਖਾਂ ਨੂੰ ਖਿਆਲ ਰੱਖਣੀ ਚਾਹੀਦੀ ਆ, ਸਾਲ ਬੀਤਦਾ, ਸਾਲ ਬਦਲਦਾ, ਸਾਲ ਬਦਲੇਗਾ, 18 ਦੀ ਥਾਂ ਤੇ 19 ਆ ਜਾਏਗਾ। ਪਰ ਕੇਵਲ ਸਾਲ ਬਦਲਦਾ, ਸਾਡੇ ਚਿਹਰੇ ਵੀ ਬਦਲਦੇ ਆ। ਇੱਥੇ ਮਨੁੱਖ ਜਾਮੇ ਬਦਲਦੇ ਨੇ। ਕਈ ਸਿੱਖ, ਕਈ ਜਾਮੇ, ਮਨੁੱਖਾ ਜਾਮੇ ਸਨ 18 ਦੇ ਵਿੱਚ ਚਲੇ ਗਏ, ਕਈ 19 ਚ ਜਾਣ ਨੂੰ ਤਿਆਰ ਬੈਠੇ ਨੇ। ਉਹ ਕੋਈ ਵੀ ਹੋ ਸਕਦੇ, ਉਮਰ ਦਾ ਇੱਥੇ ਤਕਾਜ਼ਾ ਨਹੀਂ। ਪਰ ਸਾਨੂੰ ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ ਸੋਚ ਲੈਣਾ ਚਾਹੀਦਾ ਹੈ ਕਿ ਜਿਹੜਾ ਸਾਲ ਬੀਤਿਆ ਇਹਦੇ ਵਿੱਚ ਅਸੀਂ ਆਤਮਿਕ ਤੌਰ ਤੇ ਕਿੰਨੇ ਕੁ ਚੇਤੰਨ ਹੋਏ ਆ, ਕਿੰਨੇ ਕੁ ਗੁਰੂ ਦੇ ਹੁਕਮ ਨੂੰ ਮੰਨਿਆ। ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਅੰਮ੍ਰਿਤ ਛਕ ਲਵਾਂਗੇ, ਅਗਲੇ ਸਾਲ ਛਕ ਲਵਾਂਗੇ, ਉਹ ਸਾਰਾ ਸੰਨ ਬੀਤ ਗਿਆ, ਈਸਵੀ ਸੰਨ ਲੰਘ ਗਿਆ, ਨਹੀਂ ਨਾ ਅੰਮ੍ਰਿਤ ਛਕਿਆ, ਫਿਰ ਪ੍ਰਾਪਤੀ ਕੀ ਹੋਈ? ਕੇਵਲ ਸੰਨ ਹੀ ਬਦਲਿਆ ਨਾ, ਅਸੀਂ ਤਾਂ ਨਹੀਂ ਬਦਲੇ। ਸਾਨੂੰ ਆਪ ਬਦਲਣਾ ਚਾਹੀਦਾ। ਸਾਧ ਸੰਗਤ ਜੀ, ਇਹ ਸਾਡੇ ਮਨਾਏ ਹੋਏ ਨਵੇਂ ਸਾਲ ਤਦ ਸਾਡੇ ਲਈ ਪੂਰੇ ਲਾਭਦਾਇਕ ਹੋਣਗੇ। ਠੀਕ ਹੈ, ਇਸ ਸੰਨ ਦੇ ਵਿੱਚ ਵੀ ਅਸੀਂ ਗੁਰਦੁਆਰੇ ਗਏ, ਸੰਗਤ ਕੀਤੀ, ਕਥਾ ਸੁਣੀ, ਕੀਰਤਨ ਸੁਣਿਆ, ਇਹ ਲਾਭ ਤੇ ਜ਼ਰੂਰ ਹੋਇਆ। ਪਰ ਜੇ ਪੂਰਾ ਲਾਭ ਲੈਣਾ ਤੇ ਫਿਰ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਜੋ ਸਾਨੂੰ ਹੁਕਮ ਕੀਤਾ ਨਾ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਤਿਆਰ ਬਰ ਤਿਆਰ ਹੋਵੋ, ਸਾਬਤ ਸੂਰਤ ਰਹੋ, ਨਸ਼ਿਆਂ ਦਾ ਤਿਆਗ ਕਰੋ, ਧੀਆਂ ਭੈਣਾਂ ਦੀ ਇੱਜ਼ਤ ਦੇ ਸਾਂਝੀਵਾਲ ਬਣੋ, ਇਹ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤੇ ਨੇ, ਇਹਨਾਂ ਨੂੰ ਕਿੰਨਾ ਕੁ ਅਪਣਾਇਆ। ਕਿੰਨੇ ਕੁ ਅਸੀਂ ਰੋਜ਼ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, 5 ਬਾਣੀਆਂ ਪੜ੍ਹਦੇ ਹਾਂ ਰੋਜ਼ ਭਾਈ, 2 ਬਾਣੀਆਂ ਸ਼ਾਮ ਨੂੰ ਰਹਿ ਰਸ ਕੀਰਤਨ ਸੋਲਾ ਪੜ੍ਹਦੇ ਹਾਂ। ਹਾਂ, ਇੱਕ ਗੱਲ ਤੇ ਜ਼ੋਰ ਲੱਗਾ ਵੀ ਬਾਣੀ ਘੱਟ ਕਰ ਲਓ, ਘੱਟ ਕਰ ਲਓ, 5 ਦੀ ਥਾਂ ਤੇ 3 ਕਰ ਲਓ, 3 ਦੀ ਥਾਂ ਤੇ ਹੋਰ ਘਟਾ ਲਿਓ ਭਾਈ। ਕੀ ਕਲਗੀਧਰ ਪਾਤਸ਼ਾਹ ਨੇ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਉਦੋਂ ਕਿੰਨੀਆਂ ਬਾਣੀਆਂ ਪੜ੍ਹੀਆਂ, ਕਿਹੜੀਆਂ ਪੜ੍ਹੀਆਂ ਤੇ ਉਹ ਵੀ ਛੱਡ ਗਏ। ਨਵਾਂ ਸਾਲ ਮਨਾਓ, ਜ਼ਰੂਰ ਮਨਾਓ, ਪਰ ਨਵੇਂ ਸਾਲ ਦੇ ਵਿੱਚ ਸੋਚ ਬਦਲੋ ਕਿ ਅਸੀਂ ਗੁਰੂ ਦੇ ਨੇੜੇ ਕਿਵੇਂ ਆ ਸਕਦੇ ਹਾਂ। ਸਾਨੂੰ ਫਾਇਦਾ ਕਿਹੜੀ ਗੱਲ ਦਾ, ਵੱਧ ਬਾਣੀ ਪੜ੍ਹਨ ਦਾ ਕਿ ਘੱਟ ਬਾਣੀ ਪੜ੍ਹਨ ਦਾ? ਨਹੀਂ ਭਾਈ, ਗੁਰੂ ਕੀ ਬਾਣੀ ਪੜ੍ਹੋ, ਵਾਹਿਗੁਰੂ ਨਾਮ ਸੁਣੋ, ਕੀਰਤਨ ਸੁਣੋ, ਗੁਰੂ ਕੇ ਦਰ ਤੇ ਆਓ, ਸੇਵਾ ਕਰੋ, ਸਿਮਰਨ ਕਰੋ। ਸਰਬੱਤ ਦੇ ਭਲੇ ਵਾਸਤੇ ਗੁਰਸਿੱਖਾਂ ਨੇ ਬੜੀਆਂ ਵੱਡੀਆਂ ਮੱਲਾਂ ਮਾਰੀਆਂ, ਉਸ ਪਾਸੇ ਵੀ ਤੁਰੋ। ਪਰ ਸਭ ਤੋਂ ਪਹਿਲਾਂ ਆਪਣੇ ਨਿਜ ਲਈ ਜੋ ਮਹਾਰਾਜ ਨੇ ਕਿਹਾ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਤੇਰੀ ਵਾਰੀ ਹੈ ਭਾਈ, ਇਸ ਵਾਰੀ ਨੂੰ ਸੰਭਾਲ। ਸੋ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਹਜੂਰ ਫਰਮਾਉਂਦੇ ਨੇ ਕਿ ਭਾਈ ਹਰ ਰਸ ਚਾਖੈ ਤਾਂ ਸੁੱਧ ਹੋਏ। ਜੇ ਭਾਈ ਪਰਮਾਤਮਾ ਦੇ ਨਾਮ ਰਸ ਨੂੰ ਚਖ ਲਵੇਗਾ ਨਾ ਤੇ ਤਾਂ ਤੈਨੂੰ ਸੋਝੀ ਪਏਗੀ। ਕਿਉਂਕਿ ਜਿੰਨਾ ਚਿਰ ਖਾਈਏ ਨਾ, ਖਾਂਡ ਖਾਂਡ ਕਹੈ ਜੇਵਾ ਨਾ ਸਵਾਦ ਮਿੱਠੋ ਆਵੈ। ਭਾਈ ਗੁਰਦਾਸ ਜੀ ਕਹਿੰਦੇ ਖੰਡ ਖੰਡ ਕਹੀ ਜਾਓ ਤੇ ਸਵਾਦ ਤਾਂ ਨਹੀਂ ਆਉਣ ਲੱਗਾ। ਇਸ ਕਰਕੇ ਹਰ ਰਸ ਚਾਖੈ ਤਾਂ ਸੁੱਧ ਹੋਏ। ਜੇ ਭਾਈ ਪਰਮਾਤਮਾ ਦੇ ਨਾਮ ਰਸ ਨੂੰ ਚਖ ਲਵੇਂਗਾ, ਇਹ ਸਵਾਦ ਨੂੰ ਦੇਖ ਲਵੇਂਗਾ, ਤੇ ਫਿਰ ਭਾਈ ਤੈਨੂੰ ਇਹਦੀ ਸੁੱਧੀ ਵੀ ਹੋਵੇਗੀ ਤੇ ਤੇਰੇ ਸਰੀਰ ਵਿੱਚ ਵੀ ਸ਼ੁੱਧਤਾ ਹੀ ਆਵੇਗੀ। ਵਿਸ਼ੇ ਵਿਕਾਰਾਂ ਤੋਂ ਤੂੰ ਰਹਿਤ ਹੋ ਜਾਵੇਂਗਾ, ਸ਼ੁੱਧ ਸਰੂਪ ਬਣ ਜਾਵੇਂਗਾ ਤੂੰ। ਨਾਨਕ ਨਾਮ ਰਤੇ ਸੱਚ ਸੋਏ। ਜਿਹੜੇ ਭਾਈ ਪ੍ਰਮਾਤਮਾ ਦੇ ਨਾਮ ਵਿੱਚ ਰੰਗੇ ਗਏ, ਜਿਹੜੇ ਉਸ ਦੀ ਸੁਰਤ ਵਿੱਚ ਸੁਰਤ ਜੋੜ ਲਈ, ਜਿਨ੍ਹਾਂ ਨੇ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਤ ਜੋਤ ਸਮਾਨਾ, ਉਹ ਤੇ ਭਾਈ ਉਹਦੇ ਵਿੱਚ ਇੱਕ ਜੋਤ ਹੋ ਗਏ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ। ਮਹਾਰਾਜ ਕਹਿੰਦੇ ਨਾਮ ਰਤੇ ਸੱਚ ਸੋਏ। ਕਹਿੰਦੇ ਭਾਈ ਉਹ ਐਸੇ ਰੱਤੇ ਜਾਣਗੇ, ਐਸੇ ਨਾਮ ਵਿੱਚ ਰੰਗੇ ਜਾਣਗੇ। ਸੋਏ ਉਹਨਾਂ ਦੀ ਜਿਹੜੀ ਸੁਤੇ ਪ੍ਰਕਾਸ਼ ਸੋਭਾ ਵੀ ਹੈ ਨਾ, ਜਿਹੜਾ ਉਹਨਾਂ ਦੇ ਸਾਧ ਸੰਗਤ ਸੋਏ ਉਹਨਾਂ ਦੀ ਵਡਿਆਈ ਆ, ਉਹ ਵੀ ਸੱਚੀ ਹੋ ਜਾਵੇਗੀ।
ਕਿਉਂਕਿ ਸੱਚੇ ਨਾਮ ਦਾ ਵਿੱਚ ਰੰਗੇ ਗਏ। ਨਾਨਕ ਨਾਮ ਰਤੇ ਸੱਚ ਸੋਏ, ਕਹਿੰਦੇ ਸੋਏ ਉਸ ਪ੍ਰਭੂ ਦੇ ਨਾਲ ਜਿਹੜਾ ਸੁਤੇ ਪ੍ਰਕਾਸ਼ ਹੈ, ਉਹਦੇ ਨਾਲ ਜਿਹੜੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਗਏ, ਉਹਨਾਂ ਦੀ ਭਾਈ ਲੋਕ ਪ੍ਰਲੋਕ ਵਿੱਚ ਸ਼ੋਭਾ ਹੋਵੇਗੀ। ਇਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਸੋ ਦਾਸ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਵਾਰ ਸ਼ੁਕਰਗੁਜ਼ਾਰ ਹੈ, ਜਿਨ੍ਹਾਂ ਨੇ ਇਸ ਨਾਚੀਜ਼ ਨੂੰ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਇਸੇ ਤਰ੍ਹਾਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਹੈੱਡ ਗ੍ਰੰਥੀ ਗਿਆਨੀ ਬਚਿੱਤਰ ਸਿੰਘ ਜੀ, ਸਾਰੇ ਸਟਾਫ ਨੇ ਭਾਈ ਬੜੇ ਪਿਆਰ ਦੇ ਨਾਲ ਦਾਸ ਨੂੰ ਇਹ ਸਮਾਂ ਬਖਸ਼ਿਸ਼ ਕੀਤਾ ਹੈ। ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਨੇ, ਗੁਰੂ ਕੀ ਸੰਗਤ ਨੇ ਬਖਸ਼ ਲੈਣੀਆਂ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦੇਣ। ਦੇਹੋ ਸੱਜਣ ਅਸੀਸੜੀਆਂ ਜੇ ਹੋਵੈ ਸਾਹਿਬ ਸਿਓ ਮੇਲ, ਹਰ ਰਸ ਚਾਖੈ ਤਾਂ ਸੁਧ ਹੋਇ, ਨਾਨਕ ਨਾਮ ਰਤੇ ਸੱਚ ਸੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।